ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਅੱਜ ਆਪਾਂ ਚੈਪਟਰ ਨੰਬਰ 4 ਐਂਡੋਕਰਾਈਨ ਸਿਸਟਮ ਸ਼ੁਰੂ ਕਰਨ ਲੱਗੇ ਹਾਂ। ਠੀਕ ਹੈ, ਐਂਡੋਕਰਾਈਨ ਸਿਸਟਮ ਦੇ ਵਿੱਚ ਮੇਨਲੀ ਆਪਾਂ ਗਲੈਂਡਸ ਬਾਰੇ ਪੜਾਂਗੇ ਕਿ ਪਿਟਿਊਟਰੀ ਗਲੈਂਡ, ਪਿਚੁਰੀ ਗਲੈਂਡ ਜਿਹਨੂੰ ਆਪਾਂ ਬੋਲਦੇ ਹਾਂ, ਜਾਂ ਐਡਨਲ ਗਲੈਂਡਸ, ਇਹ ਸਾਰਾ ਕੁਝ ਪੈਨਕ੍ਰੀਅਸ ਵਗੈਰਾ, ਲਿਵਰ ਵਗੈਰਾ ਕੀ ਕੁਛ ਕਰਦਾ ਅਤੇ ਕੀ ਇਹਦਾ ਫੰਕਸ਼ਨ ਹੁੰਦਾ ਹੈ, ਇਹ ਸਾਰਾ ਕੁਛ ਆਪਾਂ ਐਂਡੋਕਰਾਈਨ ਸਿਸਟਮ ਦੇ ਵਿੱਚ ਪੜਾਂਗੇ। ਕਲੀਅਰ। ਇਹ ਐਂਡੋਕਰਾਈਨ ਸਿਸਟਮ ਦੀ ਆਪਾਂ ਡਾਇਗਰਾਮ ਦਿਖਾਈ ਹੋਈ ਹੈ ਜਿਹਦੇ ਵਿੱਚ ਸਾਰੇ ਗਲੈਂਡ ਹੈ ਅਤੇ ਇਹਦੇ ਵਿੱਚ ਆਪਣੇ ਦੱਸਿਆ ਹੋਇਆ ਕਿ ਕਿਵੇਂ ਜਿਹੜਾ ਮੈਸੇਜ ਵਗੈਰਾ ਬ੍ਰੇਨ ਤੋਂ ਜਾਂ ਬਾਡੀ ਤੱਕ ਕਿਵੇਂ ਪਹੁੰਚਣਾ, ਉਹ ਸਾਰਾ ਕੁਛ ਆਪਾਂ ਅੱਗੇ ਪੜ੍ਹਦੇ ਹਾਂ। ਠੀਕ ਹੈ, ਫਸਟ ਟੋਪਿਕ ਆ ਗਿਆ ਆਪਣੇ ਕੋਲ, ਆਵਰ ਬੋਡੀ ਇਜ਼ ਅ ਕੰਪਲੈਕਸ, ਜਸਟ ਵੇਟ, ਕਹਿੰਦੇ ਜਿਹੜੀ ਆਪਣੀ ਬਾਡੀ ਹੈ ਉਹ ਇੱਕ ਕੰਪਲੈਕਸ ਮਸ਼ੀਨਰੀ ਹੈ ਵਿਦ ਡਿਫਰੈਂਟ ਪਾਰਟਸ। ਜਿਹੜੀ ਆਪਣੀ ਬਾਡੀ ਹੈ ਕੰਪਲੈਕਸ ਮਸ਼ੀਨਰੀ ਮਤਲਬ ਕਿ ਡਿਫਰੈਂਟ ਪਾਰਟਸ ਹੈ। ਹੈਂਡਸ ਦਾ ਅਲੱਗ ਕੰਮ ਹੈ, ਜੋ ਅੰਦਰ ਹਾਰਟ ਹੈ ਉਹਦਾ ਅਲੱਗ ਕੰਮ ਹੈ, ਬਲੱਡ ਦਾ ਅਲੱਗ ਕੰਮ ਹੈ। ਠੀਕ ਹੈ, ਉਹ ਇੱਕ ਕੰਪਲੈਕਸ ਮਸ਼ੀਨਰੀ ਤਰ੍ਹਾਂ ਕੰਮ ਕਰਦਾ ਜਿਹਦਾ ਡਿਫਰੈਂਟ ਪਾਰਟਸ ਹੁੰਦੇ ਆ। ਥੀਸ ਪਾਰਟਸ ਆਰ ਸਪੈਸ਼ਲਾਈਜ਼ਡ ਟੂ ਪਰਫੋਰਮ ਡਿਫਰੈਂਟ ਲਾਈਫ ਪ੍ਰੋਸੈਸਿਸ। ਅਤੇ ਜਿਹੜੇ ਵੀ ਪਾਰਟਸ ਆਪਣੇ ਹੁੰਦੇ ਆ ਬਾਡੀ ਦੇ ਵਿੱਚ ਉਹ ਡਿਫਰੈਂਟ ਲਾਈਫ ਪ੍ਰੋਸੈਸਿਸ ਕਰਦੇ ਆ। ਜਿਵੇਂ ਹੈਂਡ ਆਪਣਾ ਕੁਛ ਡਿਫਰੈਂਟ ਕੰਮ ਕਰ ਰਿਹਾ, ਠੀਕ ਹੈ, ਆਪਣੀ ਸਕਿਨ ਡਿਫਰੈਂਟ ਕੰਮ ਕਰ ਰਹੀ ਹੈ, ਤਾਂ ਸਾਰੇ ਜਿਹੜੇ ਬਾਡੀ ਪਾਰਟਸ ਹੈ ਉਹ ਡਿਫਰੈਂਟ ਲਾਈਫ ਪ੍ਰੋਸੈਸਿਸ ਕਰਦੇ ਆ। ਬਟ ਇਹਨਾਂ ਸਾਰੀਆਂ ਪਾਰਟਸ ਨੂੰ ਕੰਮ ਕਰਨ ਲਈ ਇੱਕ ਕੋਆਰਡੀਨੇਸ਼ਨ ਦੀ ਲੋੜ ਪੈਂਦੀ ਹੈ। ਮਤਲਬ ਜਿਵੇਂ ਹੁਣ ਆਪਾਂ ਪੜ੍ਹ ਰਹੇ ਹਾਂ, ਮੰਨ ਲਓ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਆਪਾਂ ਨੂੰ ਟੀਚਰ ਕੀ ਦੱਸਦਾ ਹੈ, ਆਪਾਂ ਨੂੰ ਟੀਚਰ ਕੋਆਰਡੀਨੇਟ ਕਰਦਾ ਨਾ ਕਿ ਤੁਸੀਂ ਆਹ ਬੁੱਕ ਓਪਨ ਕਰੋ, ਆਹ ਲਰਨ ਕਰੋ ਜਾਂ ਆਹ ਰੀਡ ਕਰੋ। ਠੀਕ ਹੈ, ਉਵੇਂ ਜਿਹੜੇ ਸਾਰੇ ਪਾਰਟਸ ਆਪਣੀ ਬਾਡੀ ਦੇ ਹੁੰਦੇ ਆ ਉਹਨਾਂ ਨੂੰ ਵੀ ਕੁਛ ਕੰਮ ਕਰਨ ਲਈ ਕੋਆਰਡੀਨੇਸ਼ਨ ਦੀ ਲੋੜ ਪੈਂਦੀ ਹੈ। ਕੋਆਰਡੀਨੇਸ਼ਨ ਦੀ ਕਿਉਂ ਲੋੜ ਪੈਂਦੀ ਹੈ? ਤਾਂ ਜੋ ਕਿ ਆਪਣੀ ਜਿਹੜੀ ਬਾਡੀ ਹੈ ਉਹ ਫੰਕਸ਼ਨ ਪ੍ਰੋਪਰਲੀ ਕਰੇ ਅਤੇ ਆਪਾਂ ਹੈਲਦੀ ਰਹੀਏ। ਤਾਂ ਆਪਣਾ ਟੀਚਰ ਕਿਉਂ ਵਾਰ-ਵਾਰ ਕਹਿੰਦਾ ਕਿ ਆਹ ਬੁੱਕ ਖੋਲ੍ਹੋ, ਆਹ ਵਾਲਾ ਪੇਜ ਲਰਨ ਕਰੋ, ਆਹ ਕੁਛ ਕਰੋ, ਤਾਂ ਜੋ ਕਿ ਆਪਾਂ ਫੰਕਸ਼ਨ ਪ੍ਰੋਪਰਲੀ ਕਰੀ ਚੱਲੀਏ ਅਤੇ ਆਪਣੇ ਮਾਰਕਸ ਵਧੀਆ ਆਉਣ। ਉਵੇਂ ਇਹਦੇ ਵਿੱਚ ਹੈ ਕਿ ਆਪਣੀ ਬਾਡੀ ਨੂੰ ਇੱਕ ਮਤਲਬ ਕੋਆਰਡੀਨੇਸ਼ਨ ਦੀ ਲੋੜ ਪੈਂਦੀ ਹੈ ਤਾਂ ਜੋ ਕਿ ਸਾਰੇ ਜਿਹੜੇ ਬਾਡੀ ਪਾਰਟਸ ਹੈ ਉਹ ਫੰਕਸ਼ਨ ਪ੍ਰੋਪਰਲੀ ਕਰਨ ਅਤੇ ਹੈਲਦੀ ਰਹਿਣ। ਠੀਕ ਹੈ, ਸਟੇ ਹੈਲਦੀ। The two systems that bring about control and coordination in our body are nervous system and endocrine system. ਆਪਣੀ ਬਾਡੀ ਦੇ ਅੰਦਰ ਦੋ ਸਿਸਟਮ ਹੈ ਜਿਹੜਾ ਇਹ ਕੰਟਰੋਲ ਐਂਡ ਕੋਆਰਡੀਨੇਸ਼ਨ ਕਰਨ ਵਿੱਚ ਹੈਲਪਫੁਲ ਹੁੰਦੇ ਹੈ। ਪਹਿਲਾ ਹੁੰਦਾ ਨਰਵਸ ਸਿਸਟਮ, ਸੈਕਿੰਡ ਹੁੰਦਾ ਐਂਡੋਕਰਾਈਨ ਸਿਸਟਮ। ਨਰਵਸ ਸਿਸਟਮ ਤੁਸੀਂ 7th ਕਲਾਸ ਵਿੱਚ ਪੜ੍ਹਿਆ ਹੋਊਗਾ। ਨਰਵਸ ਸਿਸਟਮ ਦੇ ਵਿੱਚ ਕੀ ਹੁੰਦਾ ਕਿ ਆਪਣੇ ਸੈਂਸਰੀ ਨਿਊਰੋਨਸ ਆ ਜਾਂਦੇ ਆ, ਮੋਟਰ ਨਿਊਰੋਨਸ ਆ ਜਾਂਦੇ ਆ। ਆਪਾਂ ਮਤਲਬ ਕੁਛ ਵੀ ਅਗਰ ਟੱਚ ਕਰਦੇ ਹਾਂ, ਟੱਚ ਕਰਨ ਤੋਂ ਬਾਅਦ ਕੀ ਹੁੰਦਾ, ਉਹ ਸੈਂਸਰੀ ਨਿਊਰੋਨਸ ਥਰੂ ਆਪਣੀ ਬ੍ਰੇਨ ਤੱਕ ਮੈਸੇਜ ਆਉਂਦਾ ਹੈ। ਫਿਰ ਉਹ ਬ੍ਰੇਨ ਦਾ ਮੈਸੇਜ ਮੋਟਰ ਨਿਊਰੋਨਸ ਥਰੂ ਕਿ ਆਪਣੀ ਮਤਲਬ ਪਾਰਟ ਤੱਕ ਚਲਾ ਜਾਂਦਾ ਕਿ ਆਪਾਂ ਨੂੰ ਹੱਥ ਪਿੱਛੇ ਕਰਨਾ ਅਗਰ ਆਪਾਂ ਕੋਈ ਗਰਮ ਚੀਜ਼ ਨੂੰ ਹੱਥ ਲਗਾਈਏ। ਠੀਕ ਹੈ, ਤਾਂ ਉਹ ਹੁੰਦਾ ਨਰਵਸ ਸਿਸਟਮ। ਐਂਡੋਕਰਾਈਨ ਸਿਸਟਮ ਕੀ ਹੁੰਦਾ ਕਿ ਮੰਨ ਲਓ ਮੈਂ ਕੋਈ ਗਰਮ ਚੀਜ਼ ਨੂੰ ਹੱਥ ਲਗਾਇਆ, ਪਹਿਲਾਂ ਤਾਂ ਨਰਵਸ ਸਿਸਟਮ ਨੇ ਅਗਰ ਕੰਮ ਕਰਨਾ ਸੀ ਤਾਂ ਕਰਤਾ, ਸੈਂਸਰੀ ਨਿਊਰੋਨ ਨੂੰ ਇਹ ਸਿਗਨਲ ਭੇਜ ਕੇ। ਬਟ ਦੂਜਾ ਕੰਮ ਕੀ ਹੈ ਕਿ ਆਪਣਾ ਜਿਹੜਾ ਮੈਸੇਜ ਹੈ ਉਹ ਡਾਇਰੈਕਟ ਬਲੱਡ ਥਰੂ ਵੀ ਜਾ ਸਕਦਾ। ਠੀਕ ਹੈ, ਆਪਣਾ ਜਿਹੜਾ ਮੈਸੇਜ ਹੈ ਬ੍ਰੇਨ ਤੋਂ ਲੈ ਕੇ ਆਪਣੀ ਬਾਡੀ ਪਾਰਟਸ ਤੱਕ ਡਾਇਰੈਕਟ ਬਲੱਡ ਥਰੂ ਵੀ ਆ ਸਕਦਾ। ਅਤੇ ਅਗਰ ਮੈਸੇਜ ਆਪਣਾ ਬਲੱਡ ਥਰੂ ਮਤਲਬ ਜਾਵੇ ਤਾਂ ਉਹਨੂੰ ਆਪਾਂ ਬੋਲਦੇ ਹਾਂ ਐਂਡੋਕਰਾਈਨ ਸਿਸਟਮ। ਠੀਕ ਹੈ, ਇਸ ਚੈਪਟਰ ਦੇ ਵਿੱਚ ਮੇਨਲੀ ਆਪਾਂ ਕੈਮੀਕਲ ਕੋਆਰਡੀਨੇਸ਼ਨ ਬਾਡੀ ਦੀ ਪੜ੍ਹਨੀ ਹੈ ਐਂਡੋਕਰਾਈਨ ਸਿਸਟਮ ਦੇ ਥਰੂ, ਕਿ ਐਂਡੋਕਰਾਈਨ ਸਿਸਟਮ ਕਿਵੇਂ ਆਪਣਾ ਮੈਸੇਜ ਵਗੈਰਾ ਭੇਜਦਾ ਹੈ ਬ੍ਰੇਨ ਤੋਂ ਲੈ ਕੇ ਡਿਫਰੈਂਟ ਪਾਰਟਸ ਤੱਕ, ਜਿਵੇਂ ਆਪਣੇ ਪਾਰਟਸ ਫੰਕਸ਼ਨ ਕਰਦੇ ਆ। ਹਿਊਮਨ ਐਂਡੋਕਰਾਈਨ ਸਿਸਟਮ। ਹਿਊਮਨ ਐਂਡੋਕਰਾਈਨ ਸਿਸਟਮ ਕੀ ਹੈ? ਐਂਡੋਕਰਾਈਨ ਗਲੈਂਡਸ ਤੋਂ ਬਣਿਆ ਹੁੰਦਾ। ਠੀਕ ਹੈ, ਹਿਊਮਨ ਐਂਡੋਕਰਾਈਨ ਸਿਸਟਮ ਜਿਹੜਾ ਤੁਹਾਨੂੰ ਦਿਖਾਇਆ ਸੀ ਆ ਫਸਟ ਵਾਲਾ, ਇਹ ਸਾਰਾ ਹਿਊਮਨ ਜਿਹੜਾ ਐਂਡੋਕਰਾਈਨ ਸਿਸਟਮ ਹੁੰਦਾ ਹੈ ਇਹ ਐਂਡੋਕਰਾਈਨ ਗਲੈਂਡਸ ਨੂੰ ਜੋੜ ਕੇ ਬਣਿਆ ਹੁੰਦਾ, ਜਿਹਦੇ 'ਚ ਸਾਰੇ ਗਲੈਂਡਸ ਵਗੈਰਾ ਆ ਜਾਂਦੇ ਆ। ਕਲੀਅਰ। ਨੈਕਸਟ ਕੀ ਹੈ, ਜਿਹੜੇ ਇਹ ਗਲੈਂਡਸ ਹੁੰਦੇ ਆ ਨਾ, ਇਹ ਗਲੈਂਡਸ ਕੀ ਕਰਦੇ ਆ, ਕੁਛ ਕੈਮੀਕਲ ਸਬਸਟਾਂਸ ਨੂੰ ਸਿਕਰੀਟ ਕਰਦੇ ਆ ਅਤੇ ਬਲੱਡ ਸਟਰੀਮ ਦੇ ਵਿੱਚ ਭੇਜ ਦਿੰਦੇ ਆ, ਬਲੱਡਸ ਵਿੱਚ ਭੇਜ ਦਿੰਦੇ ਆ। ਜਿਹੜੇ ਵੀ ਗਲੈਂਡ ਹੁੰਦੇ ਆ, ਗਲੈਂਡ ਕੀ ਕਰਦੇ ਆ, ਕੁਛ ਕੁ ਕੈਮੀਕਲ ਸਬਸਟਾਂਸ ਰਿਲੀਜ਼ ਕਰਦੇ ਆ। ਕੁਛ ਕੁ ਕੈਮੀਕਲ ਸਬਸਟਾਂਸ ਕੀ ਹੈ ਰਿਲੀਜ਼ ਕਰਕੇ ਉਹਨੂੰ ਕੀ ਹੈ ਬਲੱਡ ਸਟਰੀਮਸ ਦੇ ਵਿੱਚ ਸੈਂਡ ਕਰ ਦਿੰਦੇ ਆ। ਠੀਕ ਹੈ, ਇਹ ਜਿਹੜੇ ਹੁੰਦੇ ਆ ਕੈਮੀਕਲ ਸਬਸਟਾਂਸਿਸ, ਇਹ ਐਕਚੁਅਲੀ ਕੌਣ ਸਿਕਰੀਟ ਕਰਦਾ? ਐਂਡੋਕਰਾਈਨ ਗਲੈਂਡਸ। ਠੀਕ ਹੈ, ਅਤੇ ਇਹਨਾਂ ਕੈਮੀਕਲ ਸਬਸਟਾਂਸਿਸ ਨੂੰ ਆਪਾਂ ਬੋਲਦੇ ਹਾਂ ਹਾਰਮੋਨਸ, ਕਿ ਆਪਣੇ ਜਿਹੜੇ ਐਂਡੋਕਰਾਈਨ ਗਲੈਂਡਸ ਆ ਉਹ ਹਾਰਮੋਨਸ ਸਿਕਰੀਟ ਕਰ ਰਹੇ ਆ ਬਲੱਡ ਸਟਰੀਮ ਦੇ ਵਿੱਚ। ਠੀਕ ਹੈ, ਦੇ ਡੂ ਨਾਟ ਹੈਵ ਐਨੀ ਡਕਟਸ ਔਰ ਟਿਊਬਸ ਟੂ ਕੈਰੀ ਦੇਅਰ ਸਿਕਰੀਸ਼ਨ। ਇਹ ਵਾਲੀ ਐਕਚੁਅਲੀ ਕੀ ਹੁੰਦਾ, ਇਹਨਾਂ ਵਿੱਚ ਕੋਈ ਸਪੈਸ਼ਲ ਟਿਊਬਸ ਨਹੀਂ ਹੁੰਦੀਆਂ ਜਿਹਦੇ ਥਰੂ ਕੀ ਹੈ ਇਹ ਕੈਮੀਕਲ ਮੈਸੇਜ ਮੂਵ ਕਰੇ ਜਾਂ ਕੈਮੀਕਲ ਸਬਸਟਾਂਸ ਮੂਵ ਕਰੇ। ਤਾਂ ਉੱਦਾਂ ਦੇ ਗਲੈਂਡ ਜਿਨ੍ਹਾਂ ਵਿੱਚ ਕੋਈ ਡਕਟਸ ਜਾਂ ਟਿਊਬਸ ਨਾ ਹੋਣ ਸੈਕਰੀਸ਼ਨ ਲਈ, ਇੱਕ ਪ੍ਰੋਪਰ ਵੇ ਨਾ ਹੋਵੇ, ਟਿਊਬਸ ਨਾ ਹੋਣ, ਤਾਂ ਉਹ ਵਾਲੇ ਗਲੈਂਡਸ ਹੁੰਦੇ ਆ ਡਕਟਲੈਸ ਗਲੈਂਡਸ।
ਸਮਝ ਲੱਗ ਨਾ ਡਕਟਲੈਸ ਗਲੈਂਡਸ ਕਿਹੜੇ ਆ, ਉਹ ਵਾਲੇ ਗਲੈਂਡਸ ਜਿਨ੍ਹਾਂ ਵਿੱਚ ਕੋਈ ਡਕਟਸ ਜਾਂ ਟਿਊਬ ਲਾਈਕ ਸਟਰਕਚਰ ਨਹੀਂ ਹੁੰਦੀ ਉਹਨਾਂ ਦੀ ਸੈਕਰੀਸ਼ਨ ਲਈ, ਵੀ ਉਹ ਸੈਕਰੀਸ਼ਨ ਕਰਕੇ ਆਪਣੀ ਬਲੱਡ ਸਟਰੀਮ ਤੱਕ ਪਹੁੰਚਾ ਸਕਣ, ਤਾਂ ਉਹ ਵਾਲੇ ਹੁੰਦੇ ਆ ਡਕਟਲੈਸ ਗਲੈਂਡਸ। ਜਿਹੜੇ ਹਾਰਮੋਨਸ ਹੁਣ ਸਿਕਰੀਟ ਹੁੰਦੇ ਆ, ਜਿਹੜੇ ਕੈਮੀਕਲ ਸਬਸਟੈਂਸ ਸਿਕਰੀਟ ਹੁੰਦੇ ਆ ਐਂਡੋਕਰਾਈਨ ਗਲੈਂਡਸ ਦੁਆਰਾ, ਉਹਨਾਂ ਦਾ ਕੰਮ ਕੀ ਹੁੰਦਾ, ਉਹ ਆਪਣੀ ਗਰੋਥ ਅਤੇ ਡਿਵੈਲਪਮੈਂਟ ਲਈ ਹੈਲਪਫੁਲ ਹੁੰਦੇ ਆ, ਜਾਂ ਕੋਈ ਵੀ ਮੈਟਾਬੋਲਿਕ ਐਕਟੀਵਿਟੀ ਹੋਣੀ ਹੈ, ਜੋ ਵੀ ਆਪਣੇ ਅੰਦਰ ਪ੍ਰੋਸੈਸਿਸ ਵਗੈਰਾ ਹੋਣੇ ਆ ਉਹਦੇ ਵਿੱਚ ਹੈਲਪਫੁਲ ਹੁੰਦੇ ਆ। ਸੈਕਸ਼ੂਅਲ ਡਿਵੈਲਪਮੈਂਟ, ਕੋਈ ਵੀ ਆਪਾਂ ਡਿਵੈਲਪਮੈਂਟ ਹੋਣੀ ਆਪਣੀ ਬੋਡੀ ਦੀ, ਉਹਦੇ ਲਈ ਹੁੰਦੀ ਹੈ। ਪਲੱਸ ਹਾਰਟ ਰੇਟ, ਵੀ ਜੋ ਵੀ ਹਾਰਟ ਰੇਟ ਕੰਟਰੋਲ ਵਗੈਰਾ ਹੋਣਾ ਉਹ ਵੀ ਹਾਰਮੋਨਸ ਥਰੂ ਹੁੰਦਾ, ਮਤਲਬ ਹਾਰਮੋਨਸ ਕੰਟਰੋਲ ਕਰਦਾ ਉਹਨੂੰ। ਹਾਰਮੋਨਸ ਈਵਨ ਮੇਨਟੇਨ ਹੈਮੋਸਟੈਸਿਸ ਆਫ ਦਾ ਬੋਡੀ। ਜਿਹੜੇ ਹਾਰਮੋਨਸ ਹੈ ਉਹ ਕੀ ਕਰਦੇ ਆ, ਆਪਣੀ ਹੈਮੋਸਟੈਸਿਸ ਆਫ ਦਾ ਬੋਡੀ ਨੂੰ ਵੀ ਕੀ ਹੈ, ਕੰਟਰੋਲ ਕਰਦੇ ਆ। ਹੈਮੋਸਟੈਸਿਸ ਦਾ ਮਤਲਬ ਕੀ ਹੁੰਦਾ ਕਿ ਸਟੋਪੇਜ ਆਫ ਬਲੱਡ ਟੂ ਫਲੋ, ਕਿ ਜੋ ਵੀ ਮਤਲਬ ਬਲੱਡ ਵਗੈਰਾ ਫਲੋ ਹੋਣਾ ਜਾਂ ਉਹਨੂੰ ਪ੍ਰੋਪਰ ਫੰਕਸ਼ਨਿੰਗ ਕਰਨੀ ਹੈ, ਕਿ ਸਟੋਪ ਵਗੈਰਾ ਨਾ ਹੋਵੇ, ਠੀਕ ਹੈ, ਬੋਡੀ ਦੇ ਵਿੱਚ, ਉਹ ਵੀ ਸਾਰਾ ਕੁਛ ਕੀ ਹੈ, ਹਾਰਮੋਨਸ ਮਤਲਬ ਕਿ ਇਨਫਲੂਐਂਸ ਕਰਦੇ ਆ, ਮਤਲਬ ਕੰਟਰੋਲ ਕਰਦੇ ਆ। ਹਾਰਮੋਨਸ ਆਰ ਕੈਰੀਡ ਆਊਟ ਥਰੂ ਆਊਟ ਦਾ ਬੋਡੀ ਬਾਈ ਬਲੱਡ। ਜਿਹੜੇ ਹਾਰਮੋਨਸ ਹੈ ਹੁਣ ਸਾਰੇ ਆਪਣੀ ਬੋਡੀ ਦੇ ਵਿੱਚ ਕਿਵੇਂ ਜਾਂਦੇ ਆ, ਬਲੱਡ ਦੇ ਥਰੂ, ਕਿਉਂਕਿ ਐਂਡੋਕਰਾਈਨ ਗਲੈਂਡਸ ਐਂਡੋਕਰਾਈਨ ਸਿਸਟਮ ਦੇ ਵਿੱਚ ਮੇਨਲੀ ਕੀ ਹੈ, ਜਿਹੜਾ ਵੀ ਮੈਸੇਜ ਹੈ, ਜਿਹੜਾ ਵੀ ਕੈਮੀਕਲ ਸਬਸਟੈਂਸ ਮੂਵ ਕਰਨਾ ਹੈ, ਉਹ ਮੇਨਲੀ ਥਰੂ ਬਲੱਡ ਕਰਦਾ, ਠੀਕ ਹੈ। ਟਰੈਵਲਿੰਗ ਥਰੂ ਬਲੱਡ ਸਟਰੀਮ ਹਾਰਮੋਨਸ ਪ੍ਰੋਡਿਊਸ ਰਿਸਪੌਂਸਿਸ ਇਨ ਦਾ ਸਰਟਨ ਸੈਲਸ। ਜਦੋਂ ਹੁਣ ਕੀ ਹੈ, ਇਹ ਹਾਰਮੋਨਸ ਵਗੈਰਾ ਬਲੱਡ ਸਟਰੀਮ ਵਿੱਚੋਂ ਮੂਵ ਕਰਦੇ ਆ, ਇਹ ਕੀ ਕਰਦੇ ਆ, ਮੰਨ ਲਓ ਹਾਰਮੋਨਸ ਬਲੱਡ ਸਟਰੀਮ ਥਰੂ ਮੂਵ ਕਰਕੇ ਸਰਟਨ ਸੈਲਸ ਦੇ ਕੋਲ ਜਾਂਦੇ ਆ ਜਾਂ ਕੋਈ ਸਰਟਨ ਆਰਗਨਸ ਕੋਲ ਜਾਂਦੇ ਆ, ਤਾਂ ਉਹ ਆਰਗਨਸ 'ਤੇ ਜਾ ਕੇ ਜਿਹੜੇ ਉਹ ਆਰਗਨਸ ਹੁੰਦੇ ਆ, ਉਹ ਆਰਗਨਸ ਨੂੰ ਆਪਾਂ ਟਾਰਗੇਟ ਆਰਗਨਸ ਬੋਲਦੇ ਹਾਂ, ਠੀਕ ਹੈ। ਤਾਂ ਇਹ ਵਾਲੇ ਕੀ ਕਰਦੇ ਆ, ਹਾਰਮੋਨਸ ਪਾਰਟੀਕੂਲਰਲੀ ਉਹ ਟਾਰਗੇਟ ਆਰਗਨ ਕੋਲ ਜਾਂਦੇ ਆ, ਅਤੇ ਜੋ ਵੀ ਫੰਕਸ਼ਨ ਕਰਨਾ ਹੈ, ਜੋ ਵੀ ਉੱਥੇ ਮਤਲਬ ਸੈਕ੍ਰੀਸ਼ਨ ਵਗੈਰਾ ਹਾਰਮੋਨਸ ਕਰਦੇ ਆ, ਉੱਥੇ ਜਾ ਕੇ ਉਹਦਾ ਫੰਕਸ਼ਨ ਪਰਫੋਰਮ ਕਰਦੇ ਆ, ਠੀਕ ਹੈ। These cells and organs are called target cells or target organs। ਜਿਹੜੇ ਵੀ ਹਾਰਮੋਨਸ ਆਪਣੇ ਬਲੱਡ ਸਟਰੀਮ ਦੇ ਥਰੂ ਕੋਈ ਵੀ ਪਰਟੀਕੂਲਰ ਸੈੱਲ ਜਾਂ ਕੋਈ ਵੀ ਪਰਟੀਕੂਲਰ ਆਰਗਨ ਦੇ ਵੱਲ ਗਏ, ਉਹਨੂੰ ਆਪਾਂ ਟਾਰਗੇਟ ਸੈੱਲ ਜਾਂ ਟਾਰਗੇਟ ਆਰਗਨ ਬੋਲਦੇ ਹਾਂ, ਠੀਕ ਹੈ। ਬਿਸਾਈਡ ਐਂਡੋਕਰਾਈਨ ਗਲੈਂਡਸ, ਹੁਣ ਐਂਡੋਕਰਾਈਨ ਗਲੈਂਡਸ ਤੋਂ ਇਲਾਵਾ ਕੁਝ ਕੁ ਹੋਰ ਗਲੈਂਡਸ ਵੀ ਹੁੰਦੇ ਆ ਆਪਣੀ ਬਾਡੀ ਵਿੱਚ, ਜਿਨ੍ਹਾਂ ਵਿੱਚ ਡਕਟਸ ਹੁੰਦੇ ਆ। ਡਕਟਸ ਮਤਲਬ ਕਿ ਟਿਊਬ ਲਾਈਕ ਸਟਰਕਚਰ ਹੁੰਦੀ ਹੈ, ਤਾਂ ਜੋ ਕਿ ਜਿਹੜੀ ਸੈਕਰੀਸ਼ਨ ਹੈ, ਜੋ ਵੀ ਮਤਲਬ ਸੈਕਰੀਟ ਹੋਇਆ ਆਪਣੀ ਐਂਡੋਕਰਾਈਨ ਕੋਈ ਵੀ ਗਲੈਂਡਸ ਵਿੱਚੋਂ ਕੁਛ ਸੈਕਰੀਸ਼ਨ ਹੋਣੀ ਹੈ ਹਾਰਮੋਨਸ ਦੀ, ਉਹ ਡਾਇਰੈਕਟਲੀ ਕੀ ਹੈ, ਟਾਰਗੇਟ ਆਰਗਨ ਵੱਲ ਮਤਲਬ ਕਿ ਸੈਕਰੀਸ਼ਨ ਡਾਇਰੈਕਟਲੀ ਹੋ ਜਾਂਦੀ ਹੈ। ਕਈ ਤਾਂ ਮਤਲਬ ਸੈਕਰੀਸ਼ਨ ਹੁੰਦੀ ਹੈ ਬਲੱਡ ਦੇ ਥਰੂ, ਠੀਕ ਹੈ, ਵੀ ਹਾਰਮੋਨ ਸੈਕਰੀਟ ਕੀਤੇ ਕਿਸੇ ਐਂਡੋਕਰਾਈਨ ਗਲੈਂਡ ਨੇ, ਤਾਂ ਬਲੱਡ ਸਟਰੀਮ ਦੇ ਥਰੂ ਕੇ ਟਾਰਗੇਟ ਆਰਗਨ ਤੱਕ ਗਏ। ਬਟ ਕਈ ਐਂਡੋਕਰਾਈਨ ਗਲੈਂਡਸ ਦੇ ਵਿੱਚ ਇੱਦਾਂ ਦੇ ਗਲੈਂਡ ਹੁੰਦੇ ਆ ਜਿਨ੍ਹਾਂ ਵਿੱਚ ਡਕਟ ਹੁੰਦੇ ਆ, ਟਿਊਬ ਲਾਈਕ ਸਟਰਕਚਰ ਹੁੰਦੀ ਹੈ, ਜਿਹਦੇ ਵਿੱਚ ਜਿਹੜੀਆਂ ਸੈਕਰੀਸ਼ਨਸ ਹੈ ਉਹ ਡਾਇਰੈਕਟਲੀ ਕੀ ਹੈ, ਟਾਰਗੇਟ ਆਰਗਨ ਵੱਲ ਚਲੀਆਂ ਜਾਂਦੀਆਂ। ਅਤੇ ਇਸ ਟਾਈਪ ਦੇ ਗਲੈਂਡਸ ਨੂੰ ਆਪਾਂ ਬੋਲਦੇ ਹਾਂ ਐਗਜ਼ੋਕਰਾਈਨ ਗਲੈਂਡ। ਉਹ ਵਾਲੇ ਗਲੈਂਡ ਜਿਨ੍ਹਾਂ ਵਿੱਚ ਡਕਟਸ ਹੋਣਗੇ, ਉਹ ਵਾਲੇ ਹੋਣਗੇ ਐਗਜ਼ੋਕਰਾਈਨ ਗਲੈਂਡ, ਜਿਵੇਂ ਕਿ ਸਲਾਈਵਰੀ ਗਲੈਂਡ ਜਿੱਥੋਂ ਸਲਾਈਵਾ ਪ੍ਰੋਡਿਊਸ ਹੁੰਦਾ ਹੈ, ਸਵੈਟ ਗਲੈਂਡ ਜਿੱਥੋਂ ਪਸੀਨਾ ਮਤਲਬ ਸਵੈਟ ਪ੍ਰੋਡਿਊਸ ਹੁੰਦਾ ਹੈ, ਮੈਮਰੀ ਗਲੈਂਡਸ, ਇਹ ਸਾਰੇ ਕਿਹੜੇ ਆਪਣੀ ਐਗਜ਼ਾਮਪਲਸ ਹੈ ਐਗਜ਼ੋਕਰਾਈਨ ਗਲੈਂਡਸ ਦੇ, ਠੀਕ ਹੈ। ਬਟ ਐਗਜ਼ੋਕਰਾਈਨ ਗਲੈਂਡਸ ਨੂੰ ਆਪਾਂ ਐਂਡੋਕਰਾਈਨ ਸਿਸਟਮ ਦਾ ਪਾਰਟ ਨਹੀਂ ਮੰਨਦੇ, ਠੀਕ ਹੈ, ਕਿਉਂਕਿ ਐਗਜ਼ੋਕਰਾਈਨ ਗਲੈਂਡਸ ਦੇ ਵਿੱਚ ਡਕਟ ਵਗੈਰਾ ਪ੍ਰੋਪਰਲੀ ਹੁੰਦੇ ਆ, ਤਾਂ ਇਹ ਐਂਡੋਕਰਾਈਨ ਸਿਸਟਮ ਦਾ ਪਾਰਟ ਨਹੀਂ ਹੁੰਦਾ। ਬਟ ਜਿਹੜਾ ਪੈਨਕ੍ਰੀਆਸ ਹੈ, ਪੈਨਕ੍ਰੀਆਸ ਕੀ ਹੈ, ਬੋਥ ਐਂਡੋਕਰਾਈਨ ਅਤੇ ਐਗਜ਼ੋਕਰਾਈਨ ਐਜ਼ ਅ ਦੋਨੋਂ ਮਤਲਬ ਫੰਕਸ਼ਨ ਕੰਮ ਕਰਦਾ, ਠੀਕ ਹੈ। that digestive enzymes secreted by it are released into the duodenum part by small intestine through pancreatic duct। ਜਿਹੜਾ ਕਹਿੰਦੇ ਡਾਈਜੈਸਟਿਵ ਇੰਜਾਈਮ, ਜਿਹੜੇ ਪੈਨਕ੍ਰੀਆਸ ਕੀ ਕਰਦੇ ਆ, ਡਾਈਜੈਸਟਿਵ ਇੰਜਾਈਮਸ ਨੂੰ ਸੈਕਰੀਟ ਕਰਦੇ ਆ। ਉਹ ਸੈਕਰੀਟ ਮਤਲਬ ਜਦੋਂ ਪੈਨਕ੍ਰੀਆਸ ਕੀ ਕਰਦੇ ਆ, ਡਾਈਜੈਸਟਿਵ ਇੰਜਾਈਮਸ ਨੂੰ ਸੈਕਰੀਟ ਕਰਦੇ ਆ, ਉਹ ਕੀ ਕਰਦੇ ਆ, ਡਿਊਡਨਮ ਪਾਰਟ ਵਿੱਚ ਜਾਂ ਸਮਾਲ ਇੰਟੈਸਟਾਈਨ ਦੇ ਵਿੱਚ ਚਲੇ ਜਾਂਦੇ ਆ ਥਰੂ ਦਾ ਪੈਨਕ੍ਰੀਆਟਿਕ ਡਕਟ। ਤਾਂ ਇਹਦੇ ਵਿੱਚ ਕੀ ਹੈ, ਡਕਟ ਦਾ ਮਤਲਬ ਯੂਜ਼ ਹੋ ਰਿਹਾ, ਠੀਕ ਹੈ। ਬਟ ਜਿਹੜੇ ਹਾਰਮੋਨਸ ਹੈ ਜਿਵੇਂ ਕਿ ਇਨਸੂਲਿਨ ਜਾਂ ਗਲੂਕਾਗਨ, ਜਿਹੜੇ ਹਾਰਮੋਨਸ ਹੈ ਇਹ ਡਾਇਰੈਕਟਲੀ ਕੀ ਹੈ, ਬਲੱਡ ਸਟਰੀਮ ਦੇ ਵਿੱਚ ਜਾਂਦੇ ਆ। ਜਦੋਂ ਬਲੱਡ ਸਟਰੀਮ ਵਿੱਚ ਗਏ, ਉਹ ਤੋਂ ਬਾਅਦ ਟਾਰਗੇਟ ਆਰਗਨ ਵੱਲ ਗਏ, ਉਹ ਵਾਲੇ ਹੋਣਗੇ ਡਕਟਲੈਸ। ਅਤੇ ਜਦੋਂ ਜਿਹਦੇ ਵਿੱਚ ਡਕਟ ਯੂਜ਼ ਹੋ ਰਿਹਾ, ਜਦੋਂ ਪੈਨਕ੍ਰੀਆਟਿਕ ਡਕਟ ਦੀ ਤਰ੍ਹਾਂ ਮਤਲਬ ਉਹਦੇ ਥਰੂ ਜਾ ਰਿਹਾ ਕੋਈ ਵੀ ਡਿਊਡਨਮ ਪਾਰਟ ਵਿੱਚ, ਜਾਂ ਉਹਨੂੰ ਆਪਾਂ ਬੋਲਦੇ ਹਾਂ ਡਕਟਲੈਸ, ਉਹਨੂੰ ਆਪਾਂ ਬੋਲਦੇ ਹਾਂ ਐਗਜ਼ੋਕਰਾਈਨ ਗਲੈਂਡਸ, ਠੀਕ ਹੈ। ਜਿਹਦੇ ਵਿੱਚ ਤਾਂ ਆਪਾਂ ਨਹੀਂ ਯੂਜ਼ ਕਰ ਰਹੇ ਡਕਟ ਦਾ, ਉਹ ਐਗਜ਼ੋਕਰਾਈਨ ਗਲੈਂਡ। ਜਿਹਦੇ ਵਿੱਚ ਆਪਾਂ ਯੂਜ਼ ਕਰ ਰਹੇ ਹਾਂ ਜਿਵੇਂ ਕਿ ਇਨਸੂਲਿਨ ਜਾਂ ਗਲੂਕਾਗਨ ਹਾਰਮੋਨ ਜੋ ਸਿਕਰੀਟ ਕਰਦਾ ਬਲੱਡ ਸਟਰੀਮ ਵਿੱਚ, ਉਹ ਵਾਲੇ ਹੁੰਦੇ ਆ ਐਂਡੋਕਰਾਈਨ ਗਲੈਂਡਸ। ਨੈਕਸਟ ਆਪਾਂ ਨੂੰ ਦਿਖਾਇਆ ਹੋਇਆ ਕਿ ਐਂਡੋਕਰਾਈਨ ਅਤੇ ਐਗਜ਼ੋਕਰਾਈਨ ਵਾਂਗੂ ਕਿਵੇਂ ਕੰਮ ਕਰਦਾ। ਐਂਡੋਕਰਾਈਨ ਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਜਿਹੜੇ ਹਾਰਮੋਨਸ ਹੈ ਉਹ ਬਲੱਡ ਸਟਰੀਮ ਦੇ ਵਿੱਚ ਗਏ,
ਤੇ ਮਤਲਬ ਕਿ ਇੰਟਾਇਰ ਬੋਡੀ ਵਿੱਚ ਟਰੈਵਲ ਕਰਕੇ ਫਿਰ ਜਾਂਦੇ ਆ, ਠੀਕ ਹੈ, ਬਲੱਡ ਵੈਸਲਸ ਥਰੂ ਜਾ ਰਹੇ ਆ। ਬਟ ਇਹਦੇ ਵਿੱਚ ਕੀ ਹੋਊਗਾ, ਐਕਸੋਕਰਾਈਨ ਗਲੈਂਡ ਵਿੱਚ ਇੱਕ ਪ੍ਰੋਪਰ ਸਿਕਰੀਸ਼ਨ ਹੋ ਰਹੀ ਹੈ ਇਹਦੀ, ਮਤਲਬ ਕਿ ਹਾਰਮੋਨਸ ਦੀ ਪ੍ਰੋਪਰ ਸਿਕਰੀਸ਼ਨ ਹੋ ਰਹੀ ਹੈ, ਇੱਕ ਟਿਊਬ ਦੇ ਸਟਰਕਚਰ ਥਰੂ ਹੋ ਰਹੀ ਹੈ। ਤਾਂ ਜਦੋਂ ਇੱਕ ਡਕਟ ਪ੍ਰੈਜ਼ੈਂਟ ਹੋਵੇ ਉਦੋਂ ਆਪਾਂ ਐਕਸੋਕਰਾਈਨ ਗਲੈਂਡ ਬੋਲਦੇ ਹਾਂ ਉਹਨੂੰ। ਤਾਂ ਪੈਨਕ੍ਰੀਅਸ ਕੀ ਹੈ, ਦੋਨੋਂ ਤਰ੍ਹਾਂ ਕੰਮ ਕਰਦਾ ਹੈ, ਐਂਡੋਕਰਾਈਨ ਗਲੈਂਡ ਦੀ ਤਰ੍ਹਾਂ ਕੰਮ ਵੀ ਕਰਦਾ ਅਤੇ ਐਕਸੋਕਰਾਈਨ ਗਲੈਂਡ ਦੀ ਤਰ੍ਹਾਂ ਵੀ ਕੰਮ ਕਰਦਾ। ਨੈਕਸਟ ਆ ਗਿਆ, the endocrine system thus works alongside the nervous and immune system to regulate various body activities। ਤਾਂ ਐਂਡੋਕਰਾਈਨ ਸਿਸਟਮ ਹੈ ਜਿਹੜਾ ਉਹ ਕੀ ਹੈ, ਨਰਵਸ ਸਿਸਟਮ ਅਤੇ ਇਮਿਊਨ ਸਿਸਟਮ ਦੇ ਨਾਲ ਨਾਲ ਕੰਮ ਕਰਕੇ ਕੀ ਹੈ, ਜਿਹੜੀ ਵੀ ਆਪਣੀ ਬੋਡੀ ਐਕਟੀਵਿਟੀਜ਼ ਹੁੰਦੀਆਂ ਉਹਨਾਂ ਨੂੰ ਮਤਲਬ ਕੀ ਹੈ ਰੈਗੂਲੇਟ ਕਰਦਾ, ਪ੍ਰੋਪਰ ਫੰਕਸ਼ਨਿੰਗ ਲਈ ਹੈਲਪਫੁਲ ਹੁੰਦਾ। ਇਟਸ ਫੰਕਸ਼ਨ ਮੇ ਬੀ ਸਲੋਅਰ ਐਜ਼ ਕੰਪੇਅਰ ਟੂ ਨਰਵਸ ਸਿਸਟਮ। ਐਕਚੁਅਲੀ ਜਿਹੜਾ ਨਰਵਸ ਸਿਸਟਮ ਹੁੰਦਾ ਉਹ ਬਹੁਤ ਮਤਲਬ ਘੱਟ ਟਾਈਮ ਦੇ ਵਿੱਚ ਆਪਣਾ ਮੈਸੇਜ ਕੀ ਹੈ ਬ੍ਰੇਨ ਤੋਂ ਬੋਡੀ ਪਾਰਟ ਜਾਂ ਬੋਡੀ ਪਾਰਟ ਤੋਂ ਬ੍ਰੇਨ ਈਜ਼ੀਲੀ ਆ ਜਾਂਦਾ। ਬਟ ਜਿਹੜਾ ਐਂਡੋਕਰਾਈਨ ਸਿਸਟਮ, ਐਂਡੋਕਰਾਈਨ ਗਲੈਂਡ ਦਾ ਕੰਮ ਹੁੰਦਾ ਉਹ ਕਾਫੀ ਸਲੋਅਰ ਹੁੰਦਾ ਐਜ਼ ਕੰਪੇਅਰ ਟੂ ਨਰਵਸ ਸਿਸਟਮ, ਬਟ ਹੈਜ਼ ਅ ਵਾਈਡਰ ਐਂਡ ਪਾਵਰਫੁਲ ਇਫੈਕਟ ਲਾਸਟਿੰਗ ਫॉर ਅ ਲੌਂਗ ਡਿਊਰੇਸ਼ਨ। ਬਟ ਜਦੋਂ ਇਹ ਕੰਮ ਕਰ ਦਿੰਦਾ ਤਾਂ ਇਹਦਾ ਜਿਹੜਾ ਇਫੈਕਟ ਹੁੰਦਾ ਉਹ ਕਾਫੀ ਡਿਊਰੇਸ਼ਨ, ਕਾਫੀ ਟਾਈਮ ਲਈ ਲੌਂਗ ਲਾਸਟਿੰਗ ਰਹਿੰਦਾ, ਠੀਕ ਹੈ। The working of endocrine gland is controlled by nervous system। ਹੁਣ ਜਿਹੜਾ ਵੀ ਐਂਡੋਕਰਾਈਨ ਗਲੈਂਡਸ ਦੀ ਵਰਕਿੰਗ ਹੈ ਉਹ ਕੌਣ ਕੰਟਰੋਲ ਕਰਦਾ ਹੈ, ਨਰਵਸ ਸਿਸਟਮ, ਠੀਕ ਹੈ। ਤਾਂ ਜਿਹੜਾ ਇਹ ਕੋਰੀਲੇਸ਼ਨ ਹੁੰਦਾ ਬਿਟਵੀਨ ਹਾਈਪੋਥੈਲੇਮਸ ਗਲੈਂਡ ਜੋ ਆਪਣੇ ਬ੍ਰੇਨ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਜਾਂ ਪਿਚੂਰੀ ਗਲੈਂਡ ਜਿਹਨੂੰ ਆਪਾਂ ਮਾਸਟਰ ਐਂਡੋਕਰਾਈਨ ਗਲੈਂਡ ਬੋਲਦੇ ਹਾਂ, ਇਹਨਾਂ ਵਿੱਚ ਕੀ ਹੁੰਦਾ, ਕੋਰੀਲੇਸ਼ਨ ਹੁੰਦਾ ਬ੍ਰੇਨ ਅਤੇ ਪਿਚੂਰੀ ਗਲੈਂਡ ਦੇ ਵਿੱਚ ਇੱਕ ਕੋਰੀਲੇਸ਼ਨ ਹੈ, ਫਾਰਮਸ ਅ ਬੇਸਿਸ ਆਫ ਕੋਆਰਡੀਨੇਸ਼ਨ। ਤਾਂ ਇਹਦੇ ਕਰਕੇ ਇੱਕ ਕੋਆਰਡੀਨੇਸ਼ਨ ਬਣ ਜਾਂਦੀ ਹੈ ਨਰਵਸ ਸਿਸਟਮ ਅਤੇ ਐਂਡੋਕਰਾਈਨ ਸਿਸਟਮ ਦੇ ਵਿੱਚ ਵੀ। ਐਕਚੁਅਲੀ ਇਹਦੇ ਵਿੱਚ ਕੀ ਕਿਹਾ ਕਿ ਜਿਹੜੇ ਐਂਡੋਕਰਾਈਨ ਗਲੈਂਡਸ ਹੁੰਦੇ ਆ ਉਹ ਵੀ ਨਰਵਸ ਸਿਸਟਮ ਥਰੂ ਹੀ ਕੰਟਰੋਲਡ ਹੁੰਦੇ ਆ। ਇਹਨਾਂ ਵਿੱਚ ਕਿਵੇਂ ਕੋਰੀਲੇਸ਼ਨ ਹੁੰਦਾ ਹੈ ਕਿ ਜਿਹੜਾ ਆਪਣਾ ਹੈਪੋਥੈਲੇਮਸ ਗਲੈਂਡ ਹੁੰਦਾ, ਹਾਈਪੋਥੈਲੇਮਸ ਗਲੈਂਡ ਹੁੰਦਾ ਜਿਹੜਾ ਕਿ ਪ੍ਰੈਜ਼ੈਂਟ ਹੁੰਦਾ ਬ੍ਰੇਨ ਦੇ ਵਿੱਚ, ਅਤੇ ਜਿਹੜਾ ਪਿਚੂਰੀ ਗਲੈਂਡ ਹੁੰਦਾ ਜਿਹਨੂੰ ਆਪਾਂ ਮਾਸਟਰ ਐਂਡੋਕਰਾਈਨ ਗਲੈਂਡ ਬੋਲਦੇ ਆ, ਉਹ ਦੋਨੋਂ ਕੀ ਹੈ ਕੋਆਰਡੀਨੇਸ਼ਨ ਕਰਦੇ ਹੋਏ ਨਰਵਸ ਅਤੇ ਐਂਡੋਕਰਾਈਨ ਦੇ ਵਿੱਚ ਮਤਲਬ ਕੋਰੀਲੇਸ਼ਨ ਬਣਾ ਕੇ ਰੱਖਦੇ ਆ। The hypothalamus passes the information collected by it to various parts of the brain। ਹਾਈਪੋਥੈਲੇਮਸ ਦਾ ਕੰਮ ਕੀ ਹੈ ਕਿ ਜਿਹੜਾ ਆਪਣੇ ਬ੍ਰੇਨ ਦੇ ਵਿੱਚ ਗਲੈਂਡ ਪ੍ਰੈਜ਼ੈਂਟ ਹੁੰਦਾ ਉਹ ਕੀ ਕਰਦਾ, ਇਨਫੋਰਮੇਸ਼ਨ ਕਲੈਕਟ ਕਰਦਾ ਹੈ, ਸਾਰੇ ਮਤਲਬ ਬੋਡੀ ਪਾਰਟਸ ਤੋਂ ਵਗੈਰਾ ਇਨਫੋਰਮੇਸ਼ਨ ਕਲੈਕਟ ਕਰਦਾ ਅਤੇ ਕੋਲੈਕਟਡ ਬਾਈ ਇਟ ਫਰੋਮ ਦ ਵੇਰੀਅਸ ਬੋਡੀ ਪਾਰਟਸ ਆਫ ਦ ਬ੍ਰੇਨ ਟੂ ਦ ਪਿਚੂਰੀ ਗਲੈਂਡ। ਅਤੇ ਉਹਨੂੰ ਕੀ ਹੈ ਪਿਚੂਰੀ ਗਲੈਂਡ ਤੱਕ ਮਤਲਬ ਦੇ ਆਉਂਦਾ ਸਾਰੇ ਜੋ ਵੀ ਬ੍ਰੇਨ ਤੋਂ ਉਹਨੇ ਇਨਫੋਰਮੇਸ਼ਨ ਇਕੱਠੀ ਕਰਨੀ ਹੁੰਦੀ ਹੈ, ਹਾਈਪੋਥੈਲੇਮਸ ਨੇ ਬ੍ਰੇਨ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ ਸਾਰੇ ਕੀ ਹੈ ਪਿਚੂਰੀ ਗਲੈਂਡ ਤੱਕ ਦੇ ਆਉਂਦਾ। ਫਿਰ ਪਿਚੂਰੀ ਗਲੈਂਡ ਕੀ ਕਰਦਾ, ਉਹ ਕੁਛ ਕੁ ਹਾਰਮੋਨਸ ਸਕਰੀਟ ਕਰਦਾ ਵੀ ਜੋ ਵੀ ਆਪਣੀ ਮਤਲਬ ਫੰਕਸ਼ਨਿੰਗ ਲਈ ਜ਼ਰੂਰਤ ਹੁੰਦੀ ਹੈ। ਮੰਨ ਲਓ ਆਪਣਾ ਕੋਈ ਹੱਥ ਗਰਮ ਹੈ, ਹੱਥ ਗਰਮ ਨੇ ਕੀ ਕੀਤਾ, ਹਾਈਪੋਥੈਲੇਮਸ ਨੇ ਆਪਣੇ ਦਿਮਾਗ ਨੇ ਕੀ ਕੀਤਾ, ਸਾਰਾ ਫਟਾਫਟ ਮੈਸੇਜ ਕੀ ਹੈ ਪਿਚੂਰੀ ਗਲੈਂਡ ਤੱਕ ਭੇਜਿਆ। ਫਿਰ ਪਿਚੂਰੀ ਗਲੈਂਡ ਕੀ ਕਰਦਾ, ਹਾਰਮੋਨਸ ਵਗੈਰਾ ਸਕਰੀਟ ਕਰਵਾ ਕੇ ਪ੍ਰੋਪਰ ਫੰਕਸ਼ਨਿੰਗ ਆਫ ਅਦਰ ਗਲੈਂਡ, ਐਂਡੋਕਰਾਈਨ ਗਲੈਂਡਸ ਦੀ ਪ੍ਰੋਪਰ ਫੰਕਸ਼ਨਿੰਗ ਨੂੰ ਰੈਗੂਲੇਟ ਕਰਦਾ ਰਹਿੰਦਾ। ਮਤਲਬ ਕੀ ਹੈ ਕਿ ਜਿਹੜਾ ਐਂਡੋਕਰਾਈਨ ਗਲੈਂਡ ਅਤੇ ਨਰਵਸ ਸਿਸਟਮ ਦੋਨੇ ਕੀ ਹੈ ਮਤਲਬ ਦੋਨੇ ਇਕੱਠੇ ਹੀ ਕੰਮ ਕਰਦੇ ਆ, ਕੋਰਿਲੇਸ਼ਨ 'ਚ ਕੰਮ ਕਰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਡਿਫਰੈਂਸ ਬਿਟਵੀਨ ਐਂਡੋਕਰਾਈਨ ਅਤੇ ਐਕਸੋਕਰਾਈਨ ਗਲੈਂਡਸ। ਹੁਣ ਡਿਫਰੈਂਸ ਕੀ ਹੈ ਐਂਡੋਕਰਾਈਨ ਅਤੇ ਐਕਸੋਕਰਾਈਨ ਗਲੈਂਡ ਵਿੱਚ। ਐਂਡੋਕਰਾਈਨ ਦਾ ਕੰਮ ਕੀ ਹੈ ਕਿ ਜਿਹੜੇ ਵੀ ਕੈਮੀਕਲਸ ਇਹਨੇ ਸੈਕਰੀਟ ਕਰਨੇ ਆ ਡਾਇਰੈਕਟਲੀ ਇਹਨੇ ਬਲੱਡ ਸਟਰੀਮ ਵਿੱਚ ਭੇਜ ਦੇਣੇ ਆ, ਬਲੱਡ ਮਤਲਬ ਸਟਰੀਮ ਵਿੱਚ ਭੇਜ ਦਿੰਦੇ ਆ। ਬਟ ਜਿਹੜੇ ਐਕਸੋਕਰਾਈਨ ਗਲੈਂਡਸ ਹੁੰਦੇ ਆ ਇਹ ਵੀ ਇਹਨਾਂ ਨੇ ਵੀ ਆਪਦੀ ਸਿਕ੍ਰੀਸ਼ਨ ਵੈਸੇ ਭੇਜਣੀ ਹੁੰਦੀ ਹੈ ਟਾਰਗੇਟ ਆਰਗਨ ਤੱਕ, ਬਟ ਇਹ ਕੀ ਕਰਦੇ ਆ ਡਕਟ ਦੇ ਥਰੂ, ਇੱਕ ਟਿਊਬ ਲਾਈਕ ਸਟਰਕਚਰ ਦੇ ਥਰੂ ਭੇਜਦੇ ਆ ਡਾਇਰੈਕਟਲੀ ਟੂ ਦਾ ਟਾਰਗੇਟ ਆਰਗਨ। ਦੇ ਸੈਕਰੀਟ ਹਾਰਮੋਨਸ। ਐਂਡੋਕਰਾਈਨ ਗਲੈਂਡ ਦੇ ਵਿੱਚੋਂ ਐਕਚੁਅਲੀ ਉਹ ਹਾਰਮੋਨ ਸਕਰੀਟ ਕਰਦੇ ਆ, ਬਟ ਐਕਸੋਕਰਾਈਨ ਗਲੈਂਡਸ ਕੀ ਕਰਦੇ ਆ ਇੰਜ਼ਾਈਮਸ ਨੂੰ ਸਕਰੀਟ ਕਰਦੇ ਆ। ਇੰਜ਼ਾਈਮ ਸਕਰੀਟ ਹੋ ਕੇ ਫਿਰ ਉਹ ਡਕਟ ਦੇ ਥਰੂ ਇੱਕ ਟਿਊਬ ਦੇ ਥਰੂ ਕੀ ਟਾਰਗੇਟ ਆਰਗਨ ਤੱਕ ਜਾਂਦੇ ਆ। ਦ ਟਾਰਗੇਟ ਆਰਗਨ ਇਜ਼ ਲੋਕੇਟਡ ਅਵੇ ਫਰੋਮ ਦ ਗਲੈਂਡ। ਇਹਦੇ ਵਿੱਚ ਕੀ ਹੋਊਗਾ ਐਂਡੋਕਰਾਈਨ ਗਲੈਂਡ ਤੋਂ ਅਵੇ ਹੋਊਗਾ, ਦੂਰ ਹੋਊਗਾ ਜਿਹੜਾ ਗਲੈਂਡ ਹੈਗਾ, ਠੀਕ ਹੈ। ਬਟ ਇਹਦੇ ਵਿੱਚ ਕੀ ਹੈ ਜਿਹੜਾ ਟਾਰਗੇਟ ਆਰਗਨ ਹੋਊਗਾ ਉਹ ਕਾਫੀ ਕਲੋਜ਼ ਹੋਊਗਾ। ਜੇ ਕਲੋਜ਼ ਹੋਊਗਾ ਤਾਂ ਹੀ ਟਿਊਬ ਉਹਨਾਂ ਨੂੰ ਕੀ ਕਨੈਕਟ ਕਰ ਰਹੀ ਹੈ, ਜੇ ਕਾਫੀ ਦੂਰ ਹੋਊਗਾ ਫਿਰ ਤਾਂ ਟਿਊਬ ਹੋ ਹੀ ਨਹੀਂ ਸਕਦੀ, ਠੀਕ ਹੈ। ਤਾਂ ਟਾਰਗੇਟ ਆਰਗਨ ਕੀ ਹੈ ਕਲੋਜ਼ ਹੋਊਗਾ ਗਲੈਂਡ ਦੇ, ਐਕਸੋਕਰਾਈਨ ਗਲੈਂਡ ਜੋ ਵੀ ਉਹਦੇ ਵਿੱਚ। The response time of the target organ is delayed since the hormones are transported through the blood। ਇਹਦੇ ਵਿੱਚ ਕੀ ਹੋਊਗਾ ਕਿ ਜਿਹੜਾ ਰਿਸਪੌਂਸ ਆਪਣੀ ਬਾਡੀ ਸ਼ੋ ਕਰੂਗੀ, ਮੰਨ ਲਓ ਕੁਛ ਹਾਰਮੋਨ ਸਿਕਰੀਟ ਹੋਏ ਇੱਕ ਟਾਰਗੇਟ ਆਰਗਨ ਤੱਕ ਗਏ, ਹੁਣ ਉਹ ਟਾਰਗੇਟ ਆਰਗਨ ਕੀ ਹੈ ਮਤਲਬ ਕੁਛ ਰਿਸਪੌਂਸ ਟਾਈਮ ਲਊਗਾ, ਰਿਸਪੌਂਸ ਕਰਨ 'ਚ ਟਾਈਮ ਲਊਗਾ। ਕਿਉਂ? ਕਿਉਂਕਿ ਹਾਰਮੋਨਸ ਨੇ ਦੇਖੋ ਹਾਲੇ ਤਾਂ ਪਹਿਲਾਂ ਬਲੱਡ ਸਟਰੀਮ ਵਿੱਚ ਜਾਣਾ ਹੈ, ਫਿਰ ਬਲੱਡ ਦੇ ਥਰੂ ਮੂਵ ਕਰਕੇ ਟਾਰਗੇਟ ਆਰਗਨ ਵੱਲ ਜਾਣਾ ਹੈ, ਤਾਂ ਇਹ ਥੋੜ੍ਹਾ ਜਿਹਾ ਟਾਈਮ ਲੈਂਦਾ। ਬਟ ਜਿਹੜਾ ਰਿਸਪੌਂਸ ਟਾਈਮ ਇਹਦਾ ਹੁੰਦਾ ਐਕਸੋਕਰਾਈਨ ਗਲੈਂਡ ਦਾ ਉਹ ਰੈਪਿਡ ਹੁੰਦਾ, ਬਹੁਤ ਜਲਦੀ ਹੋ ਜਾਂਦਾ। ਕਿਉਂ? ਕਿਉਂਕਿ ਉਹਨੇ ਡਾਇਰੈਕਟਲੀ ਕੀ ਐਂਜ਼ਾਈਮਸ ਨੇ ਡਾਇਰੈਕਟਲੀ ਟਰਾਂਸਪੋਰਟ ਹੋ ਜਾਣਾ ਟਾਰਗੇਟ ਆਰਗਨ ਵੱਲ, ਉਹਨੇ ਕੋਈ ਬਲੱਡ ਵਗੈਰਾ ਵਿੱਚੋਂ ਨਹੀਂ ਜਾਣਾ, ਡਾਇਰੈਕਟਲੀ ਕਿੱਥੇ ਜਾਣਾ ਉਹਨੇ ਟਾਰਗੇਟ ਆਰਗਨਸ ਵੱਲ।
ਐਂਡੋਕਰਾਈਨ ਗਲੈਂਡਸ ਇਨ ਹਿਊਮਨ ਬੀਂਗਸ। ਹੁਣ ਹਿਊਮਨ ਬੀਂਗ ਦੇ ਵਿੱਚ ਕਿਹੜੇ ਕਿਹੜੇ ਐਂਡੋਕਰਾਈਨ ਗਲੈਂਡ ਹੈ? ਜਿਹੜੇ ਮੇਨ ਐਂਡੋਕਰਾਈਨ ਗਲੈਂਡ ਹੈ ਹਿਊਮਨ ਵਿੱਚ, ਉਹ ਫਸਟ ਹੁੰਦਾ ਥਾਇਰੋਇਡ ਗਲੈਂਡ, ਜਿਹੜਾ ਆਪਣੇ ਇੱਥੇ ਗਲੇ ਦੇ ਨਾਲ ਨੀਚੇ ਹੁੰਦਾ ਥਾਇਰੋਇਡ ਗਲੈਂਡ। ਐਂਡਰਨਲ ਗਲੈਂਡ, ਇਹ ਵਾਲੇ ਜਿਹੜਾ ਆਪਣੇ ਕਿਡਨੀਜ਼ ਦੇ ਉੱਪਰ ਥੋੜ੍ਹਾ ਹੁੰਦਾ ਇੱਦਾਂ, ਇਹ ਐਂਡਰਨਲ ਗਲੈਂਡ ਹੁੰਦਾ। ਪੈਨਕ੍ਰੀਆਸ, ਇਹ ਵਾਲਾ ਚੀਜ਼ ਜਿੱਥੇ ਲੀਫ ਲਾਈਕ ਸਟਰਕਚਰ ਸ਼ੋ ਕੀਤਾ ਹੋਇਆ ਵਾਲਾ, ਇਹ ਹੁੰਦਾ ਪੈਨਕ੍ਰੀਆਸ। ਪਿਚੂਰੀ ਗਲੈਂਡ ਜਿਹਨੂੰ ਆਪਾਂ ਮਾਸਟਰ ਗਲੈਂਡ ਵੀ ਬੋਲ ਦਿੰਦੇ ਹਾਂ, ਜੋ ਆਪਣੀ ਬ੍ਰੇਨ ਦੇ ਵਿੱਚ ਹੋਊਗਾ, ਠੀਕ ਹੈ, ਜੋ ਹਾਈਪੋਥੈਲਮਸ ਤੇ ਪਿਚੂਰੀ ਗਲੈਂਡ ਕੀ ਦੋਨੋਂ ਕੋਰਿਲੇਸ਼ਨ ਕੰਮ ਕਰਦੇ ਹੋ ਵਾਲਾ ਪਿਚੂਰੀ ਗਲੈਂਡ। ਟੈਸਟਿਸ ਐਂਡ ਓਵਰੀਜ਼, ਜੋ ਆਪਣਾ ਐਂਡ ਪਾਰਟ ਹੋਊਗਾ ਉਹਨੂੰ ਆਪਾਂ ਬੋਲਣਾ ਟੈਸਟਿਸ ਐਂਡ ਓਵਰੀਜ਼, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਪਿਚੂਰੀ ਗਲੈਂਡ ਦਾ ਹੁਣ ਕੀ ਕੰਮ ਹੈ, ਜਿਹੜਾ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਉਹ ਬ੍ਰੇਨ ਤੋਂ ਮੈਸੇਜ ਵਗੈਰਾ ਲੈਂਦਾ, ਠੀਕ ਹੈ। ਦ ਪਿਚੂਰੀ ਗਲੈਂਡ ਇਜ਼ ਅ ਸਮਾਲ ਓਵਲ ਗਲੈਂਡ, ਇੱਕ ਸਮਾਲ ਆਹ ਵਾਲੀ ਦਿਖਾਏ ਹੋਏ ਆਪਾਂ ਨੂੰ ਇੱਥੇ ਸਮਾਲ ਓਵਲ ਗਲੈਂਡ ਦਾ ਹੈਗਾ, ਅਟੈਚ ਟੂ ਦ ਬੇਸ ਆਫ ਦ ਬ੍ਰੇਨ ਦੇ ਬਿਲਕੁਲ ਬੇਸ 'ਤੇ ਇੱਥੇ ਆਹ ਵਾਲੀ ਚੀਜ਼ ਕੀ ਹੈ, ਪਿਚੂਰੀ ਗਲੈਂਡ, ਠੀਕ ਹੈ। ਇਟ ਇਜ਼ ਆਲਸੋ ਨੋਨ ਐਜ਼ ਮਾਸਟਰ ਗਲੈਂਡ, ਇਹਨੂੰ ਆਪਾਂ ਮਾਸਟਰ ਗਲੈਂਡ ਵੀ ਬੋਲਦੇ ਹਾਂ, ਕਿਉਂਕਿ ਪਿਚੂਰੀ ਗਲੈਂਡ ਨੇ ਜਿਹੜੇ ਬਾਕੀ ਹੋਰ ਅਦਰ ਐਂਡੋਕਰਾਈਨ ਗਲੈਂਡ ਵਰਕ ਕਰਦੇ ਪਏ ਆ ਉਹਦੇ ਵੱਲ ਧਿਆਨ ਰੱਖਣਾ ਹੁੰਦਾ, ਉਹਨੂੰ ਕੰਟਰੋਲ ਕਰਦਾ। ਜਿਵੇਂ ਇੱਕ ਸਕੂਲ ਦੇ ਵਿੱਚ ਸਾਰੇ ਟੀਚਰਸ ਵੱਲ ਪ੍ਰਿੰਸੀਪਲ ਧਿਆਨ ਰੱਖਦਾ, ਉਵੇਂ ਇੱਥੇ ਕੌਣ ਪ੍ਰਿੰਸੀਪਲ ਹੈ? ਪਿਚੂਰੀ ਗਲੈਂਡ, ਕਿਉਂਕਿ ਉਹਨੇ ਸਾਰੇ ਐਂਡੋਕਰਾਈਨ ਗਲੈਂਡਸ ਦੀ ਵਰਕਿੰਗ ਵੱਲ ਧਿਆਨ ਰੱਖਣਾ ਹੁੰਦਾ, ਠੀਕ ਹੈ। ਦ ਪਿਚੂਰੀ ਗਲੈਂਡ ਸੈਕ੍ਰੀਟਸ ਮੈਨੀ ਟਾਈਪ ਆਫ ਹਾਰਮੋਨਸ। ਹੁਣ ਜਿਹੜੇ ਪਿਚੂਰੀ ਗਲੈਂਡ ਹੈ ਉਹ ਕਾਫੀ ਤਰ੍ਹਾਂ ਦੇ ਹਾਰਮੋਨਸ ਨੂੰ ਸੈਕ੍ਰੀਟ ਕਰਦੇ ਆ। ਇੱਕ ਤਾਂ ਉਹਨਾਂ 'ਚੋਂ ਹੈਗਾ ਗਰੋਥ ਹਾਰਮੋਨ, ਕਿ ਜਿਹੜਾ ਗਰੋਥ ਜਿੱਥੋਂ ਆਪਣੀ ਹੋਣੀ ਹੈ ਉਹ ਵੀ ਪਿਚੂਰੀ ਗਲੈਂਡ ਨੇ ਦੇਣਾ ਹੁੰਦਾ, ਜਿਹੜੇ ਕਿ ਆਪਣੀ ਓਵਰਆਲ ਗਰੋਥ ਐਂਡ ਡਿਵੈਲਪਮੈਂਟ ਬੋਡੀ ਦੇ ਲਈ ਜ਼ਰੂਰੀ ਹੁੰਦਾ, ਠੀਕ ਹੈ। ਇਹਦੇ ਸੈਕਸ਼ਨ ਦੇ ਅੰਦਰ ਕੀ ਹੈ, ਹੁਣ ਜਿਹੜਾ ਬੋਡੀ ਹੈ ਉਹਦੇ ਵਿੱਚ ਡਵਾਰਫਿਜ਼ਮ ਵੀ ਹੋ ਸਕਦੀ ਹੈ, ਜੇ ਤਾਂ ਮੰਨ ਲਓ ਆਪਣੀ ਪਿਚੂਰੀ ਗਲੈਂਡ ਵਿੱਚੋਂ ਘੱਟ ਸੈਕ੍ਰੀਸ਼ਨ ਬਹੁਤ ਜ਼ਿਆਦਾ ਘੱਟ ਸੈਕ੍ਰੀਸ਼ਨ ਹੋ ਰਹੀ ਹੈ, ਸੌਰੀ, ਅਗਰ ਪਿਚੂਰੀ ਗਲੈਂਡ ਦੇ ਵਿੱਚੋਂ ਘੱਟ ਸੈਕ੍ਰੀਸ਼ਨ ਹੋ ਰਹੀ ਹੈ, ਅੰਡਰ ਸੈਕ੍ਰੀਸ਼ਨ ਹੈ, ਮਤਲਬ ਜ਼ਿਆਦਾ ਹਾਰਮੋਨ ਨਹੀਂ ਸੈਕ੍ਰੀਟ ਹੋ ਰਹੀ, ਤਾਂ ਜਿਹੜੇ ਇੱਕ ਪਰਸਨ ਦੀ ਹੈ ਉਹ ਡਵਾਰਫਿਜ਼ਮ, ਮਤਲਬ ਉਹਦੀ ਹਾਈਟ ਛੋਟੀ ਰਹਿ ਜੂਗੀ। ਪਰ ਜੇ ਇਹ ਪਿਚੂਰੀ ਗਲੈਂਡ ਕਾਫੀ ਜ਼ਿਆਦਾ ਹਾਰਮੋਨਸ ਨੂੰ ਸੈਕ੍ਰੀਟ ਕਰ ਰਿਹਾ, ਓਵਰ ਹੀ ਸੈਕ੍ਰੀਸ਼ਨ ਕਰ ਰਿਹਾ, ਤਾਂ ਬੰਦਾ ਕੀ ਹੈ, ਗਿਗਨੈਟਿਜ਼ਮ ਹੁੰਦਾ ਕਿ ਜਦੋਂ ਬੰਦਾ ਬਹੁਤ ਜ਼ਿਆਦਾ ਹੀ ਹਾਈਟ ਵਧਣ ਲੱਗ ਜਾਂਦੀ ਹੈ, ਠੀਕ ਹੈ। ਅਤੇ ਨਾ ਹੀ ਤਾਂ ਇਹਦੀ ਅੰਡਰ ਸੈਕ੍ਰੀਸ਼ਨ ਹੋਣੀ ਚਾਹੀਦੀ ਹੈ, ਨਾ ਹੀ ਤਾਂ ਪਿਚੂਰੀ ਗਲੈਂਡ ਬਹੁਤ ਘੱਟ ਸੈਕ੍ਰੀਟ ਕਰੇ, ਵੀ ਨਾ ਹੀ ਬਹੁਤ ਜ਼ਿਆਦਾ ਕਰੇ, ਤਾਂ ਦੋਨੋਂ ਹੀ ਪ੍ਰੋਬਲਮ ਹੋ ਸਕਦੀ ਹੈ। ਜਾਂ ਤਾਂ ਬੰਦਾ ਬਹੁਤ ਛੋਟਾ ਰਹਿ ਜਾਊਗਾ, ਜਿਹਨੂੰ ਬੌਣਾ ਕਹਿੰਦੇ ਆਪਾਂ, ਜਾਂ ਬਹੁਤ ਹੀ ਮਤਲਬ ਜ਼ਿਆਦਾ ਵੱਡਾ ਹੋ ਜਾਊਗਾ, ਗਿਗਨੈਟਿਜ਼ਮ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਥਾਇਰੋਇਡ ਗਲੈਂਡ ਜਿਹੜਾ ਹੁੰਦਾ ਉਹਨੂੰ ਆਪਾਂ ਲਾਰਜੈਸਟ ਐਂਡੋਕਰਾਈਨ ਗਲੈਂਡਸ ਵਿੱਚੋਂ ਬੋਲ ਦਿੰਦੇ ਹਾਂ ਬੋਡੀ ਦੇ ਵਿੱਚੋਂ, ਠੀਕ ਹੈ। ਇਹ ਕੀ ਆਪਣੀ ਵੋਇਸ ਬਾਕਸ ਦੇ ਜਸਟ ਨੀਚੇ ਲੱਗਾ ਹੁੰਦਾ, ਇਹ ਆਪਣਾ ਵੋਇਸ ਬਾਕਸ ਹੈ, ਠੀਕ ਹੈ, ਜਿੱਥੋਂ ਆਪਣੀ ਆਵਾਜ਼ ਬਣਦੀ ਹੈ, ਨੀਚੇ ਹੁੰਦਾ ਆਪਣਾ ਵਾਲਾ ਥਾਇਰੋਇਡ ਗਲੈਂਡ ਜਿਹੜਾ ਐਚ ਸ਼ੇਪਡ ਬਣਿਆ ਹੋਇਆ, ਇੱਥੇ ਐਚ ਸ਼ੇਪ ਬਣਿਆ ਹੋਇਆ, ਠੀਕ ਹੈ। ਇਨ ਫਰੰਟ ਆਫ ਟਰੈਕੀਆ ਦੇ ਫਰੰਟ ਵਿੱਚ ਹੀ ਹੁੰਦਾ। ਇਟ ਸੈਕ੍ਰੀਟ ਅ ਹਾਰਮੋਨ ਕਾਲਡ ਥਾਇਰੋਕਸਾਈਨ। ਥਾਇਰੋਇਡ ਗਲੈਂਡ ਵੀ ਇੱਕ ਹਾਰਮੋਨ ਸੈਕ੍ਰੀਟ ਕਰਦਾ ਜਿਹਨੂੰ ਆਪਾਂ ਥਾਇਰੋਕਸਾਈਨ ਬੋਲਦੇ ਹਾਂ, ਥਾਇਰੋਕਸਾਈਨ ਹਾਰਮੋਨ, ਦੈਟ ਸਪੀਡ ਅਪ ਦ ਸੈਲੂਲਰ ਮੈਟਾਬੋਲਿਜ਼ਮ ਐਕਟੀਵਿਟੀਜ਼, ਜਿਹੜੇ ਕਿ ਆਪਣੀਆਂ ਸੈਲੂਲਰ ਅੰਦਰਲੀਆਂ ਜੋ ਸੈਲਸ ਦੀਆਂ ਮੈਟਾਬੋਲਿਜ਼ਮ ਐਕਟੀਵਿਟੀਜ਼ ਹੈ ਉਹਨਾਂ ਨੂੰ ਇਨਕਰੀਜ਼ ਕਰ ਦਿੰਦਾ। ਉਹਨਾਂ ਨੂੰ ਇਨਕਰੀਜ਼ ਕਰਨ ਦਾ ਮਤਲਬ ਕੀ ਹੈ, ਉਹ ਕੀ ਇਨਕਰੀਜ਼ ਕਰਦਾ ਹੈ ਕਿ ਆਪਣਾ ਜਿਹੜਾ ਆਪਾਂ ਆਕਸੀਜਨ ਬਾਹਰੋਂ ਲੈਂਦੇ ਹਾਂ ਉਹ ਆਕਸੀਜਨ ਦਾ ਰੇਟ ਵਧਾ ਦਿੰਦਾ, ਅਤੇ ਐਨਰਜੀ ਜਿਹੜੀ ਪ੍ਰੋਡਿਊਸ ਹੋਣੀ ਹੁੰਦੀ ਹੈ ਉਹਦਾ ਰੇਟ ਵਧਾ ਦਿੰਦਾ। ਤਾਂ ਇਹ ਜਿਹੜਾ ਥਾਇਰੋਇਡ ਗਲੈਂਡ ਹੈ ਜਿਹੜਾ ਐਚ ਸ਼ੇਪਡ ਹੁੰਦਾ, ਇਹ ਐਚ ਸ਼ੇਪਡ ਨੂੰ ਆਪਾਂ ਲਾਰਜੈਸਟ ਐਂਡੋਕਰਾਈਨ ਗਲੈਂਡ ਵੀ ਬੋਲ ਸਕਦੇ ਹਾਂ। ਇਹ ਕਿਹੜਾ ਹਾਰਮੋਨ ਸੈਕ੍ਰੀਟ ਕਰਦਾ? ਥਾਇਰੋਕਸਾਈਨ ਹਾਰਮੋਨ ਸੈਕ੍ਰੀਟ ਕਰਦਾ। ਥਾਇਰੋਕਸਾਈਨ ਹਾਰਮੋਨ ਦਾ ਕੰਮ ਕੀ ਹੁੰਦਾ? ਆਪਣੇ ਸੈਲੂਲਰ ਮੈਟਾਬੋਲਿਜ਼ਮ ਬੋਡੀ ਦੀ ਨੂੰ ਇਨਕਰੀਜ਼ ਕਰਨਾ, ਵਿਚ ਮੀਨਸ ਕਿ ਰੇਟ ਆਫ ਆਕਸੀਜਨ ਜਿਹੜਾ ਕੰਜ਼ਿਊਮ ਹੋਇਆ ਸੈਲਸ ਦੇ ਦੁਆਰਾ, ਅਤੇ ਜੋ ਐਨਰਜੀ ਵਗੈਰਾ ਪ੍ਰੋਡਿਊਸ ਹੋਣੀ ਆਉਂਦੀ ਉਹਨੂੰ ਸਪੀਡ ਅਪ ਕਰਦਾ, ਠੀਕ ਹੈ। ਦ ਫੰਕਸ਼ਨਿੰਗ ਆਫ ਥਾਇਰੋਇਡ ਗਲੈਂਡ ਡਿਪੈਂਡਸ ਅਪੋਨ ਦ ਆਇਓਡੀਨ। ਹੁਣ ਜਿਹੜੀ ਫੰਕਸ਼ਨਿੰਗ ਹੈ ਥਾਇਰੋਇਡ ਗਲੈਂਡ ਦੀ ਉਹ ਡਿਪੈਂਡ ਕਰਦੀ ਹੈ ਆਇਓਡੀਨ 'ਤੇ। ਅਗਰ ਤਾਂ ਡਾਈਟ ਦੇ ਵਿੱਚ ਆਇਓਡੀਨ ਦੀ ਲੈਕ ਹੈ, ਮਤਲਬ ਘੱਟ ਆਇਓਡੀਨ ਆਪਾਂ ਲੈ ਰਹੇ ਹਾਂ, ਤਾਂ ਜਿਹੜੇ ਥਾਇਰੋਕਸਾਈਨ ਹਾਰਮੋਨ ਆ ਉਹ ਘੱਟ ਪ੍ਰੋਡਿਊਸ ਹੋਣਗੇ, ਠੀਕ ਹੈ। ਥਾਇਰੋਕਸਾਈਨ ਹਾਰਮੋਨ ਘੱਟ ਪ੍ਰੋਡਿਊਸ ਹੋਣ ਕਰਕੇ ਕੀ ਹੈ, ਆਪਣੀ ਸੈਲੂਲਰ ਮੈਟਾਬੋਲਿਜ਼ਮ ਘੱਟ ਹੋਊਗੀ। ਤਾਂ ਇਹਦੇ ਕਰਕੇ ਕੀ ਹੈ, ਜਿਹੜਾ ਆਪਣੇ ਗਰਦਨ ਦੇ ਨੀਚੇ ਆਪਣੇ ਜੋ ਵੋਕਲ ਕਾਰਡ ਦੇ ਨੇੜੇ ਗਰਦਨ ਆਪਣੀ ਨੀਚੇ ਲਮਕਣੀ, ਮਤਲਬ ਕਈਆਂ ਦੀ ਲਮਕਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ, ਇਨਲਾਰਜਮੈਂਟ ਹੋ ਜਾਂਦੀ ਹੈ ਥਾਇਰੋਇਡ ਗਲੈਂਡ ਦੀ, ਉਹਨੂੰ ਆਪਾਂ ਬੋਲਦੇ ਹਾਂ ਗੋਇਟਰ, ਠੀਕ ਹੈ। ਜਦੋਂ ਆਪਣੀ ਮਤਲਬ ਕੀ ਹੈ ਜਿਹੜਾ ਆਪਣਾ ਹੁੰਦਾ ਚਿੰਨ ਹੁੰਦੀ ਹੈ, ਉਹ ਚਿੰਨ ਕੀ ਹੈ ਕਾਫੀ ਇਨਕਰੀਜ਼ ਹੋਣ ਲੱਗ ਜਾਂਦੀ ਹੈ। ਉਹ ਕਾਹਦੇ ਕਰਕੇ ਹੁੰਦੀ ਹੈ? ਕਿਉਂਕਿ ਆਪਣੇ ਅੰਦਰ ਆਇਓਡੀਨ ਦੀ ਕਮੀ ਹੁੰਦੀ ਹੈ, ਠੀਕ ਹੈ। ਤਾਂ ਉਹ ਬਿਮਾਰੀ ਨੂੰ ਬੋਲਦੇ ਹਾਂ ਆਪਾਂ, ਉਹ ਡਿਜ਼ੀਜ਼ ਨੂੰ ਬੋਲਦੇ ਹਾਂ ਆਪਾਂ ਗੋਇਟਰ, ਕਲੀਅਰ। ਡੈਫੀਸ਼ੀਐਂਸੀ ਆਫ ਥਾਇਰੋਕਸਾਈਨ ਕੈਨ ਕਾਜ਼ ਸਲੋ ਡਾਊਨ ਡਿਵੈਲਪਮੈਂਟ ਆਫ ਦ ਬੋਡੀ ਇਨ ਦ ਚਿਲਡਰਨ। ਅਗਰ ਬੱਚਿਆਂ ਦੇ ਵਿੱਚ ਇਸ ਆਇਓਡੀਨ ਦੀ ਜ਼ਿਆਦਾ ਹੀ ਮਤਲਬ ਬਲੈਕ ਹੋਵੇ
ਮਤਲਬ ਥਾਇਰੋਕਸਾਈਨ ਹਾਰਮੋਨ ਬਹੁਤ ਘੱਟ ਪ੍ਰੋਡਿਊਸ ਹੋ ਰਿਹਾ ਤਾਂ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਾਫੀ ਸਲੋ ਹੋ ਜਾਂਦੀ ਹੈ। ਠੀਕ ਹੈ, ਤਾਂ ਥਾਇਰੋਕਸਾਈਨ ਗਲੈਂਡ ਮੇਨਲੀ ਕਾਹ 'ਤੇ ਡਿਪੈਂਡ ਕਰਦਾ ਹੈ, ਆਇਓਡੀਨ 'ਤੇ। ਅੱਗੇ ਆ ਗਿਆ ਪੈਨਕ੍ਰੀਅਸ। ਪੈਨਕ੍ਰੀਅਸ ਕੀ ਹੈ, ਇੱਕ ਸੌਫਟ ਇਰਰੈਗੂਲਰ ਸ਼ੇਪਡ ਗਲੈਂਡ ਹੈ, ਇੱਦਾਂ ਦਾ ਸੌਫਟ ਇਰਰੈਗੂਲਰ ਸ਼ੇਪਡ ਗਲੈਂਡ ਹੈ। ਇਹ ਅਰਾਊਂਡ 15 ਸੈਂਟੀਮੀਟਰ ਲੈਂਥ ਵਿੱਚ ਹੁੰਦਾ ਅਤੇ ਸਟਮਕ ਦੇ ਬਿਹਾਈਂਡ ਹੁੰਦਾ, ਮਤਲਬ ਸਟਮਕ ਦੇ ਬਿਹਾਈਂਡ ਕੀ ਹੁੰਦਾ ਆਪਣਾ ਪੈਨਕ੍ਰੀਅਸ। ਠੀਕ ਹੈ, ਹੁਣ ਜਿਹੜਾ ਇਹ ਪੈਨਕ੍ਰੀਅਸ ਹੈ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਐਗਜ਼ੋਕਰਾਈਨ ਅਤੇ ਐਂਡੋਕਰਾਈਨ ਦੋਨਾਂ ਗਲੈਂਡਸ ਦੀ ਤਰ੍ਹਾਂ ਕੰਮ ਕਰਦਾ ਹੈ। ਠੀਕ ਹੈ, ਹੁਣ ਐਗਜ਼ੋਕਰਾਈਨ ਗਲੈਂਡ ਤਰ੍ਹਾਂ ਕਿਵੇਂ ਕੰਮ ਕਰਦਾ ਹੈ, ਇਟ ਪੋਰਸ ਦਾ ਡਾਈਜੈਸਟਿਵ ਇੰਜ਼ਾਈਮ ਥਰੂ ਦਾ ਡਕਟ ਇਨਟੂ ਦਾ ਡਿਊਡਨਮ। ਇਹ ਕੀ ਕਰਦਾ, ਇਹਦੇ ਵਿੱਚ ਨਾ ਬਾਈਲ ਡਕਟ ਹੁੰਦੀ ਹੈ, ਜਿਵੇਂ ਆਹ ਵਾਲੀ ਜੀ ਆਪਾਂ ਦਿਖਾਈ ਹੋਈ ਹੈ ਬਾਈਲ ਡਕਟ। ਬਾਈਲ ਡਕਟ ਵਿੱਚ ਕੀ ਕਰਦਾ ਹੈ, ਡਾਇਰੈਕਟਲੀ ਇੰਜ਼ਾਈਮਸ ਨੂੰ ਪੋਰ ਕਰਦਾ। ਬਾਈਲ ਡਕਟ ਵਿੱਚ ਡਾਇਰੈਕਟਲੀ ਆ ਦੇਖੋ ਡਕਟਸ ਬਣੇ ਹੋਏ ਆ ਦੇ ਹਾਰਮੋਨਸ ਟਰੈਵਲਿੰਗ ਥਰੂ ਡਕਟਸ। ਇਹ ਬਾਈਲ ਡਕਟ ਦੇ ਥਰੂ ਕੀ ਹੈ, ਡਾਇਰੈਕਟਲੀ ਮਤਲਬ ਕਿ ਇੰਜ਼ਾਈਮ ਨੂੰ ਪਾਉਂਦਾ ਅਤੇ ਉਹ ਸਿੱਧਾ ਕੀ ਹੈ ਡਿਊਡਨਮ ਵਿੱਚ ਚਲਾ ਜਾਂਦਾ। ਅਤੇ ਐਂਡੋਕਰਾਈਨ ਦੀ ਤਰ੍ਹਾਂ ਕਿਵੇਂ ਕੰਮ ਕਰਦਾ, ਜਿਵੇਂ ਜਦੋਂ ਗਲੂਕਾਗਨ ਅਤੇ ਇਨਸੂਲਿਨ ਨੂੰ ਪ੍ਰੋਡਿਊਸ ਕਰਦਾ ਉਦੋਂ ਇਹ ਜਿਹੜਾ ਗਲੂਕਾਗਨ ਅਤੇ ਇਨਸੂਲਿਨ ਹੈ ਇਹ ਆਪਣੀ ਪਹਿਲਾਂ ਬਲੱਡ ਵਿੱਚ ਜਾਂਦਾ ਅਤੇ ਜਿਹੜਾ ਕਿ ਆਪਣੀ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦਾ। ਜਿਵੇਂ ਨਹੀਂ ਇਨਸੂਲਿਨ ਦੇ ਇੰਜੈਕਸ਼ਨ ਵਗੈਰਾ ਲੈਂਦੇ ਆ, ਕਿਉਂ ਲੈਂਦੇ ਆ, ਕਿਉਂਕਿ ਉਹਨਾਂ 'ਚ ਸ਼ੂਗਰ ਲੈਵਲ ਮੇਨਟੇਨ ਨਹੀਂ ਹੁੰਦਾ। ਤਾਂ ਇਹ ਇਹਦਾ ਕੰਮ ਕੀ ਹੁੰਦਾ ਹੈ ਪੈਨਕ੍ਰੀਅਸ ਦਾ, ਇਹ ਆਪਣੇ ਅੰਦਰ ਗਲੂਕਾਗਨ ਅਤੇ ਇਨਸੂਲਿਨ ਹਾਰਮੋਨਸ ਨੂੰ ਸਿਕਰੀਟ ਕਰਦਾ ਜਿਹੜਾ ਕਿ ਬਲੱਡ ਦੇ ਸ਼ੂਗਰ ਲੈਵਲ ਨੂੰ ਮੇਨਟੇਨ ਕਰਕੇ ਰੱਖਦਾ। ਤਾਂ ਪੈਨਕ੍ਰੀਅਸ ਬੋਥ ਐਂਡੋਕਰਾਈਨ ਵੀ ਕੰਮ ਕਰਦਾ ਅਤੇ ਐਗਜ਼ੋਕਰਾਈਨ ਵੀ ਕੰਮ ਕਰਦਾ। ਐਗਜ਼ੋਕਰਾਈਨ ਕਿਵੇਂ ਕਰਦਾ, ਕਿਉਂਕਿ ਇਹਦੇ ਵਿੱਚ ਡਕਟ ਹੁੰਦੀ ਹੈ ਜਿਹਨੂੰ ਆਪਾਂ ਬਾਈਲ ਡਕਟ ਬੋਲਦੇ ਹਾਂ, ਜਿਹਦੇ ਵਿੱਚ ਜਿਹੜੇ ਇੰਜ਼ਾਈਮਸ ਹੈ ਉਹ ਡਾਇਰੈਕਟਲੀ ਕੀ ਹੈ ਡਿਊਡਨਮ ਵਿੱਚ ਚਲੇ ਜਾਂਦੇ ਆ। ਬਟ ਜਦੋਂ ਬਲੱਡ ਥਰੂ ਜਾਣਾ ਹੁੰਦਾ ਤਾਂ ਹਾਰਮੋਨਸ ਕੀ ਹੈ ਬਲੱਡ ਥਰੂ ਵੀ ਚਲੇ ਜਾਂਦੇ ਆ, ਜਿਹੜਾ ਕਿ ਸ਼ੂਗਰ ਲੈਵਲ ਨੂੰ ਮੇਨਟੇਨ ਰੱਖਦੇ ਆ। ਹੁਣ ਕਹਿੰਦੇ ਪੈਨਕ੍ਰੀਅਸ, ਲਿਵਰ, ਕਿਡਨੀ, ਓਵਰੀਜ਼, ਟੈਸਟਿਸ ਇਹ ਸਾਰੇ ਕੀ ਹੈ ਬੋਥ ਐਂਡੋਕਰਾਈਨ ਅਤੇ ਐਗਜ਼ੋਕਰਾਈਨ ਗਲੈਂਡ ਦੋਨਾਂ ਤਰ੍ਹਾਂ ਕੰਮ ਕਰਦੇ ਆ। ਠੀਕ ਹੈ, ਜਿਹੜਾ ਐਗਜ਼ੋਕਰਾਈਨ ਫੰਕਸ਼ਨ ਹੁੰਦਾ ਲਿਵਰ ਦਾ ਉਹ ਕੀ ਹੁੰਦਾ, ਸਿਕ੍ਰੀਸ਼ਨ ਆਫ ਦਾ ਬਾਈਲ ਥਰੂ ਦਾ ਬਾਈਲਰੀ ਡਕਟ। ਜਿਹੜਾ ਲਿਵਰ ਕੀ ਕਰਦਾ ਹੈ ਬਾਈਲ ਨੂੰ ਸੈਕਰੇਟ ਕਰਦਾ ਹੈ ਬਾਈਲਰੀ ਡਕਟ ਦੇ ਥਰੂ। ਅਤੇ ਐਂਡੋਕਰਾਈਨ ਕਿਵੇਂ ਕਰਦਾ, ਇੱਕ ਹਾਰਮੋਨ ਸੈਕਰੇਟ ਕਰਦਾ ਹੈ ਲਿਵਰ। ਹਾਰਮੋਨ ਕਿਹੜਾ ਹੁੰਦਾ, ਇਨਸੂਲਿਨ ਹੁੰਦਾ ਉਹ ਹਾਰਮੋਨ ਜਿਹੜਾ ਜਿਹਦੇ ਕਰਕੇ ਆਪਣਾ ਗਰੋਥ ਫੈਕਟਰ ਵਗੈਰਾ ਜ਼ਰੂਰੀ ਹੁੰਦਾ, ਜਿਹਦੇ ਕਰਕੇ ਆਪਣੇ ਸਕੈਲਟਨ ਨੇ ਆਪਣੀ ਬਾਡੀ ਨੇ ਗਰੋ ਕਰਨਾ ਹੁੰਦਾ। ਤਾਂ ਲਿਵਰ ਵੀ ਦੋਨੋਂ ਤਰ੍ਹਾਂ ਕੰਮ ਕਰਦਾ, ਐਗਜ਼ੋਕਰਾਈਨ ਵੀ ਐਂਡੋਕਰਾਈਨ ਵੀ। ਠੀਕ ਹੈ, ਅਗਰ ਤਾਂ ਐਗਜ਼ੋਕਰਾਈਨ ਕੰਮ ਕਰਦੇ ਆ ਤਾਂ ਉਹ ਬਾਈਲ ਸੈਕਰੇਟ ਕਰਦਾ ਹੈ ਬਾਈਲਰੀ ਡਕਟ ਦੇ ਥਰੂ। ਜੇ ਐਂਡੋਕਰਾਈਨ ਦੀ ਗੱਲ ਕਰਨੀ ਹੈ ਤਾਂ ਉਹ ਐਂਡੋਕਰਾਈਨ ਵਿੱਚ ਕੀ ਹੈ ਹਾਰਮੋਨ ਸੈਕਰੇਟ ਕਰਦਾ ਇਨਸੂਲਿਨ, ਜਿਹੜਾ ਕਿ ਆਪਣੀ ਗਰੋਥ ਦੀ ਬਾਡੀ ਦੀ ਗਰੋਥ ਲਈ ਜ਼ਰੂਰੀ ਹੁੰਦਾ। ਠੀਕ ਹੈ, ਨੈਕਸਟ ਆ ਗਿਆ ਕਿਡਨੀ ਪ੍ਰੋਡਿਊਸਿਸ ਯੂਰੀਨ ਐਜ਼ ਅ ਐਗਜ਼ੋਕਰਾਈਨ ਫੰਕਸ਼ਨ। ਜਿਹੜੇ ਕਿਡਨੀਜ਼ ਹੈ ਉਹ ਆਪਣੀ ਯੂਰੀਨ ਪ੍ਰੋਡਿਊਸ ਕਰਦੇ ਆ। ਠੀਕ ਹੈ, ਉਹਦਾ ਐਗਜ਼ੋਕਰਾਈਨ ਫੰਕਸ਼ਨ ਹੈ ਕਿਉਂਕਿ ਯੂਰੀਨ ਨੇ ਇੱਕ ਡਕਟ ਦੇ ਥਰੂ ਆਉਣਾ ਹੁੰਦਾ ਬਾਹਰ, ਬਾਡੀ ਤੋਂ ਬਾਹਰ ਡਕਟ ਥਰੂ ਆਉਂਦੀ ਹੈ ਯੂਰੀਨ। ਬਟ ਐਂਡੋਕਰਾਈਨ ਫੰਕਸ਼ਨ ਕੀ ਹੈ, ਉਹ 3 ਹਾਰਮੋਨਸ ਨੂੰ ਸੈਕਰੇਟ ਕਰਦੀ ਹੈ। ਕਿਡਨੀ ਜਿਹੜੇ ਹੈਗੀ ਆ ਉਹ 3 ਹਾਰਮੋਨਸ ਨੂੰ ਸੈਕਰੇਟ ਕਰਦੀ ਹੈ। ਕਿਹੜੇ ਇਥਰੋਪੋਇਟਿਨ, ਕੈਲਸ਼ੀਓਟ੍ਰਾਇਓਲ ਅਤੇ ਰੈਨਿਨ। ਇਹ 3 ਮਤਲਬ ਹਾਰਮੋਨਸ ਦੇ ਨਾਮ ਹੈ ਜਿਹੜੇ ਉਹ ਐਜ਼ ਅ ਐਂਡੋਕਰਾਈਨ ਫੰਕਸ਼ਨ ਕੰਮ ਕਰਦੀ ਹੈ। ਇਹ ਹਾਰਮੋਨਸ ਨੂੰ ਸੈਕਰੇਟ ਕਰਕੇ ਉਹ ਬਲੱਡ ਵਿੱਚ ਸੈਂਡ ਕਰ ਦਿੰਦੀ ਹੈ। ਠੀਕ ਹੈ, ਟੈਸਟਿਸ ਸੈਕਰੀਟ ਸਪਰਮ ਥਰੂ ਦਾ ਵਾਸ ਡੈਫਰੈਂਸ ਜਿਹੜੇ ਟੈਸਟਿਸ ਹੁੰਦੇ ਆ ਉਹ ਕੀ ਕਰਦੇ ਆ ਸਪਰਮ ਨੂੰ ਮਤਲਬ ਕਿ ਐਜ਼ ਅ ਹਾਰਮੋਨ ਸੈਕਰੇਟ ਕਰਦੇ ਆ ਇਹਦੇ ਥਰੂ। ਇਟ ਇਜ਼ ਦੇਅਰ ਐਗਜ਼ੋਕਰਾਈਨ ਫੰਕਸ਼ਨ। ਇਹਦਾ ਐਗਜ਼ੋਕਰਾਈਨ ਫੰਕਸ਼ਨ ਹੈ ਜਦੋਂ ਟੈਸਟਿਸ ਸਪਰਮ ਪ੍ਰੋਡਿਊਸ ਕਰਦਾ ਉਹ ਇੱਕ ਡਕਟ ਦੇ ਥਰੂ ਜਾਂਦਾ ਹੈ। ਔਨ ਦਾ ਅਦਰ ਹੈਂਡ ਜਿਹੜਾ ਟੈਸਟਿਸ ਆ ਉਹ ਟੈਸਟਰੋਨ ਹਾਰਮੋਨ ਵੀ ਪ੍ਰੋਡਿਊਸ ਕਰਦੇ ਆ ਜਿਹੜਾ ਕਿ ਐਂਡੋਕਰਾਈਨ ਫੰਕਸ਼ਨ ਹੈ। ਠੀਕ ਹੈ, ਸਿਮਿਲਰਲੀ ਉਵੇਂ ਓਵਮ ਹੈ, ਓਵਮ ਜਿਹੜਾ ਹੈਗਾ ਉਹ ਐਗਜ਼ੋਕਰਾਈਨ ਫੰਕਸ਼ਨ ਵੀ ਪ੍ਰੋਡਿਊਸ ਕਰਦਾ ਹੈ ਓਵਰੀਜ਼ ਦੀ ਤਰ੍ਹਾਂ। ਅਤੇ ਜਿਹੜੀ ਓਵਰੀਜ਼ ਹੈ ਉਹ ਕੀ ਕਰਦੇ ਆ 2 ਹਾਰਮੋਨਸ ਵੀ ਸੈਕਰੇਟ ਕਰਦੇ ਆ, ਔਸਟ੍ਰੋਜਨ ਅਤੇ ਪੈਸਟਰੋਨ, ਜਿਹਨੂੰ ਆਪਾਂ ਐਂਡੋਕਰਾਈਨ ਫੰਕਸ਼ਨ ਦੇ ਵਿੱਚ ਵੀ ਤਰ੍ਹਾਂ ਕੰਮ ਕਰਦੇ ਆ। ਠੀਕ ਹੈ, ਤਾਂ ਇਹ ਸਾਰੇ ਕੀ ਹੈ ਐਗਜ਼ੋਕਰਾਈਨ ਅਤੇ ਐਂਡੋਕਰਾਈਨ ਦੋਨਾਂ ਤਰ੍ਹਾਂ ਕੰਮ ਕਰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਐਡਰਨਲ ਗਲੈਂਡਸ। ਐਡਰਨਲ ਗਲੈਂਡਸ ਕਿਹੜੇ ਹੁੰਦੇ ਆ, ਹਿਊਮਨਸ ਦੇ ਵਿੱਚ 2 ਐਡਰਨਲ ਗਲੈਂਡਸ ਹੁੰਦੇ ਆ ਜਿਹੜੇ ਕਿ ਸੁਪੀਰੀਅਰ ਟੂ ਈਚ ਕਿਡਨੀ, ਮਤਲਬ ਕਿ ਕਿਡਨੀ ਇੱਥੇ ਦੇਖੋ ਈਚ ਕਿਡਨੀ ਦੇ ਸੁਪੀਰੀਅਰ ਵਿੱਚ ਇੱਦਾਂ ਉੱਪਰ ਕੀ ਹੈ 2 ਮਤਲਬ ਐਡਰਨਲ ਗਲੈਂਡਸ ਹੁੰਦੇ ਆ। ਈਚ ਗਲੈਂਡ ਇਜ਼ ਡਿਵਾਈਡਡ ਇਨਟੂ ਐਨ ਆਊਟਰ ਕੋਰਟੈਕਸ ਐਂਡ ਇਨਰ ਮੈਡੂਲਰ ਰੀਜਨ। ਦੋਨੋਂ ਕੀ ਹੈ ਆਊਟਰ ਕੋਰਟੈਕਸ, ਇੱਕ ਉਹਨਾਂ ਦੀ ਆਊਟਰ ਕੋਰਟੈਕਸ ਹੁੰਦੀ ਹੈ, ਇੱਕ ਇਨਰ ਮੈਡੂਲਰ ਰੀਜਨ ਹੁੰਦਾ ਹੈ। 1 ਬਾਏ 1 ਆਪਾਂ ਰੀਡ ਕਰਦੇ ਹਾਂ ਕੀ ਹੁੰਦਾ। ਐਡਰਨਲ ਕੋਰਟੈਕਸ ਕੀ ਹੁੰਦਾ, ਜਿਹੜੀ ਆਊਟਰ ਲੇਅਰ ਹੁੰਦੀ ਹੈ ਐਡਰਨਲ ਗਲੈਂਡ ਦੀ ਫਾਰਮਾ ਕੋਰਟੈਕਸ। ਜਿਹੜੀ ਆਊਟਰ ਲੇਅਰ ਹੈ ਦੀ ਐਡਰਨਲ ਗਲੈਂਡ ਦੀ ਉਹ ਕੋਰਟੈਕਸ ਦੀ ਤਰ੍ਹਾਂ ਫਾਰਮ ਹੁੰਦੀ ਹੈ ਇੱਦਾਂ। ਠੀਕ ਹੈ,
ਜਿਹੜਾ ਕੀ ਕਰਦਾ ਮੈਨੀ ਹਾਰਮੋਨਸ ਨੂੰ ਸਿਕ੍ਰੀਟ ਕਰਦਾ ਅਤੇ ਉਹ ਹਾਰਮੋਨਸ ਕੀ ਕਰਦੇ ਹੈ ਆਪਣੇ ਕਾਰਬੋਹਾਈਡਰੇਟਸ ਪ੍ਰੋਟੀਨਸ ਜਾਂ ਫੈਟਸ ਨੂੰ ਰੈਗੂਲੇਟ ਕਰਦੇ ਆ ਬੋਡੀ ਦੇ ਵਿੱਚ। ਤਾਂ ਉਹ ਐਡਰਨਲ ਕਾਰਟੈਕਸ ਜਿਹੜਾ ਉੱਪਰ ਲਾਈਨਿੰਗ ਹੁੰਦੀ ਹੈ ਉਹ ਲਾਈਨਿੰਗ ਦਾ ਕੰਮ ਹੈ, ਠੀਕ ਹੈ। ਐਂਡਰਨਲ ਮੈਡੂਲਾ ਦਾ ਕੰਮ ਕੀ, ਜਿਹੜੀ ਇਨਰ ਕੋਰ ਹੁੰਦੀ ਹੈ, ਜਿਹੜੀ ਇਨਰ ਕੋਰ ਹੁੰਦੀ ਹੈ ਆਪਣੀ ਆਹ ਵਾਲੀ ਇਨਰ ਕੋਰ ਜਿਹੜੀ ਐਡਰਨਲ ਗਲੈਂਡ ਦੀ, ਠੀਕ ਹੈ, ਉਹ ਆਪਾਂ ਉਹਨੂੰ ਮੈਡੂਲਾ ਬੋਲਦੇ ਆ। ਇਹ ਕੀ ਕਰਦੇ ਆ, ਦੋ ਇੰਪੋਰਟੈਂਟ ਹਾਰਮੋਨਸ ਨੂੰ ਸਿਕ੍ਰੀਟ ਕਰਦੇ ਆ, ਐਂਡਰਲਾਈਨ ਅਤੇ ਨੌਰ ਐਂਡਰਲਾਈਨ, ਠੀਕ ਹੈ। ਐਂਡਰਲਾਈਨ ਹਾਰਮੋਨ ਕੀ ਕਰਦਾ ਹੈ, ਆਹ ਵਾਲਾ ਹਾਰਮੋਨ ਕੀ ਕਰਦਾ, ਐਂਡਰਲਾਈਨ ਹਾਰਮੋਨ ਜਿਹੜੇ ਵੀ ਆਪਣੇ ਬੋਡੀ ਨੇ ਕੁਛ ਮੰਨ ਲਓ ਕੋਈ ਕੰਟਰੈਕਸ਼ਨ ਆਫ ਬਲੱਡ ਆ ਗਈ, ਕੋਈ ਕੰਟਰੈਕਸ਼ਨ ਹੋ ਗਈ ਬਲੱਡ ਵੈਸਲਸ ਵਿੱਚ, ਜਾਂ ਪਿਊਪਲ ਵਗੈਰਾ ਪ੍ਰੋਪਰ ਨਹੀਂ ਕਰਦੇ ਪਏ, ਜਾਂ ਬਰੀਦਿੰਗ ਰੇਟ ਇਨਕਰੀਜ਼ ਹੋ ਗਿਆ, ਮੈਟਾਬੋਲਿਕ ਰੇਟ ਇਨਕਰੀਜ਼ ਹੋ ਗਿਆ, ਉਹਨਾਂ ਖਿਲਾਫ ਜਦੋਂ ਬੋਡੀ ਨੇ ਲੜਨਾ ਹੈ, ਠੀਕ ਹੈ, ਉਦੋਂ ਐਂਡਰਲਾਈਨ ਹਾਰਮੋਨ ਕੰਮ ਕਰਦੇ ਆ। ਜਿਵੇਂ ਕਿ ਮੰਨ ਲਓ ਹਾਈਟੈਂਡ ਇਮੋਸ਼ਨਸ ਹੋ ਗਏ ਜ਼ਿਆਦਾ, ਮਤਲਬ ਕਿ ਆਪਣੀ ਟੈਨਸ਼ਨ ਪੈਣੀ ਸ਼ੁਰੂ ਹੋ ਗਈ, ਜਾਂ ਫਿਜ਼ੀਕਲ ਸਟਰੈਂਥ, ਫੀਅਰ ਵਗੈਰਾ ਜਾਂ ਐਂਗਰ ਵਗੈਰਾ ਹੋ ਗਿਆ, ਠੀਕ ਹੈ। ਉਹ ਸਾਰਾ ਕੁਛ ਕੀ ਹੁੰਦਾ ਬਿਕੋਜ਼ ਆਫ ਨੌਰ ਐਡਰਨਾਈਲ ਗਲੈਂਡ ਕਰਕੇ। ਐਂਡਰਨਾਲਾਈਨ ਕਰਕੇ ਆਪਣੇ ਕੀ ਹੈ ਕਿ ਜੋ ਬਰੀਦਿੰਗ ਰੇਟ ਵਗੈਰਾ ਫਾਸਟ ਹੋ ਜਾਂਦਾ ਹੈ, ਉਹ ਐਂਡਰਲਾਈਨ ਹਾਰਮੋਨ ਮਤਲਬ ਉਹਨਾਂ ਨੂੰ ਫਾਈਟ ਕਰਨ ਲਈ ਹੈਲਪਫੁਲ ਹੁੰਦੇ ਆ। ਬਟ ਜਦੋਂ ਆਪਣੇ ਇਮੋਸ਼ਨਸ ਮਤਲਬ ਕਿ ਜ਼ਿਆਦਾ ਹੀ ਹੋਣ ਲੱਗ ਜਾਂਦਾ, ਠੀਕ ਹੈ, ਅਤੇ ਆਪਣੀ ਫਿਜ਼ੀਕਲ ਸਟਰੈਂਥ ਮਤਲਬ ਵੀਕ ਹੋਣੀ ਸ਼ੁਰੂ ਹੋ ਜਾਂਦੀ, ਆਪਾਂ ਨੂੰ ਫੀਅਰ ਵਗੈਰਾ ਲੱਗਣ ਲੱਗ ਜਾਂਦਾ, ਐਂਗਰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ, ਉਦੋਂ ਉਹਨੂੰ ਕੰਟਰੋਲ ਕਰਨ ਲਈ ਨੌਰ ਐਡਰਨਾਈਨ ਗਲੈਂਡ ਹੁੰਦੇ ਆ। ਤਾਂ ਮਤਲਬ ਐਡਰਨਲ ਗਲੈਂਡ ਦਾ ਵੀ ਕਾਫੀ ਫੰਕਸ਼ਨ ਹੁੰਦਾ ਬੋਡੀ ਵਿੱਚ।